ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵੱਲ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਿਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ 2 ਲੋਕੇਸ਼ਨਸ ਨੇ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਅਤੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੌਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਸਕੂਲ ਫਰੈਜ਼ਨੋ ਵਾਲੇ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਨੇ। ਵਧੀਆ ਤਰੀਕੇ ਦੇ ਨਾਲ ਤੁਹਾਨੂੰ ਉਹ ਟਰੱਕ ਸਿਖਾਉਂਦੇ ਨੇ। ਲਾਇਸੈਂਸ ਲੈਣ ਦੇ ਲਈ ਕਾਲ ਕਰੋ ਅਜੀਤ ਅਟਵਾਲ 559-374-4541 5593744541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-272-5200 ਜਾਂ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ ਖਬਰਾਂ 'ਤੇ ਨਜ਼ਰ ਬਣਾਉਣ ਦਾ। ਸੁਪਰੀਮ ਕੋਰਟ ਵੱਲੋਂ ਆਪਣੀ ਕਾਰਵਾਈ ਦਾ ਲਾਈਵ ਪ੍ਰਸਾਰਣ ਕਰਨ ਦੇ ਲਈ ਜਿਹੜੀ ਆ ਕਹਿੰਦੇ ਤਿਆਰ ਨੇ ਉਹ। ਦੇਖੋ, ਕਈ ਮੁਲਕਾਂ ਦੇ ਵਿੱਚ ਤੇ ਇਹ ਚੱਲਦੀ ਹੈ, ਲਾਈਵ ਟੈਲੀਕਾਸਟ ਹੁੰਦਾ, ਕਾਰਵਾਈ ਸਾਰੀ ਹੈ ਜਿਹੜੀ ਉਹ ਲੋਕ ਦੇਖਦੇ ਆਪੋ ਆਪਣੇ ਘਰਾਂ ਦੇ ਵਿੱਚ ਬਹਿ ਕੇ। ਪਰ ਸਾਡੇ ਇੱਥੇ ਇਸ ਤਰ੍ਹਾਂ ਦੀ ਕੋਈ ਵਿਵਸਥਾ ਨਹੀਂ। ਹਾਂ, ਲੋਕ ਸਭਾ, ਰਾਜ ਸਭਾ ਦੀ ਜਦੋਂ ਕਾਰਵਾਈ ਲਾਈਵ ਹੋਣ ਲੱਗੀ ਸੀ ਤੇ ਲੋਕ ਕਹਿੰਦੇ ਸੀ ਕਿ ਬਹੁਤ ਵਧੀਆ ਕੰਮ ਹੈ, ਪਰ ਬਾਅਦ ਦੇ ਵਿੱਚ ਐਸੀ ਮਾਰ ਧਾੜ ਤੇ ਐਸਾ ਉੱਥੇ ਰੌਲਾ ਰੱਪਾ ਪਿਆ। ਇੱਕ ਵਾਰੀ ਇੱਕ ਬੱਚੇ ਨੇ ਖੱਤ ਲਿਖ ਦਿੱਤਾ ਸੀਗਾ ਪ੍ਰਧਾਨ ਮੰਤਰੀ ਨੂੰ ਕਿ ਆਪਣੇ ਜਿਹੜੇ ਤੁਹਾਡੇ ਚਿੱਟੇ ਕੁੜਤਿਆਂ ਵਾਲੇ ਹੈਗੇ ਨੇ, ਇਹਨਾਂ ਨੂੰ 4 ਦਿਨ ਸਾਡੇ ਸਕੂਲ 'ਚ ਭੇਜੋ, ਸਾਡੇ ਟੀਚਰ ਇਹਨਾਂ ਨੂੰ ਬਹਿਣਾ ਉੱਠਣਾ ਸਿਖਾ ਦੇਣਾ। ਉਹ ਹਾਲ ਹੋ ਗਿਆ ਸੀਗਾ। ਖੈਰ, ਇੱਕ ਪਟੀਸ਼ਨ ਪਾਈ ਗਈ ਸੀਗੀ ਕਿ ਸੁਪਰੀਮ ਕੋਰਟ ਦੇ ਮਾਮਲੇ ਆ ਜਿਹੜੇ ਉਹ ਜਨਤਾ ਤੱਕ ਪਹੁੰਚਣੇ ਚਾਹੀਦੇ ਆ ਲਾਈਵ ਟੈਲੀਕਾਸਟ ਦੇ ਜ਼ਰੀਏ। ਉਹ ਇਸ ਸੁਣਵਾਈ ਚੱਲਦਿਆਂ ਹੁਣ ਕੇਂਦਰ ਸਰਕਾਰ ਨੇ ਪੱਖ ਰੱਖਣਾ ਸੀਗਾ। ਵੈਸੇ ਪਿਛਲੀ ਤਰੀਕ ਤੇ ਵੀ ਇਹ ਤੈਅ ਹੋ ਗਿਆ ਸੀਗਾ ਲਗਭਗ ਕਿ ਸੁਪਰੀਮ ਕੋਰਟ ਇਸ ਮਾਮਲੇ 'ਚ ਪੋਜ਼ਿਟਿਵ ਰੁਖ ਲੈ ਕੇ ਚੱਲਦੀ ਪਈ ਹੈ। ਤੇ ਅੱਜ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਠੀਕ ਆ, ਕਾਰਵਾਈ ਜਿਹੜੀ ਆ ਉਹ ਲੋਕਾਂ ਤੱਕ ਜਾਣੀ ਚਾਹੀਦੀ ਹੈ ਲਾਈਵ ਟੈਲੀਕਾਸਟ ਦੇ ਜ਼ਰੀਏ। ਔਰ ਨਾਲ ਉਹਨਾਂ ਨੇ ਕਿਹਾ ਕਿ ਦੇਖੋ, ਚੈਨਲ ਤੇ ਹੋਊਗੀ, ਕਿੰਨੇ ਕੈਮਰੇ ਲੱਗਣਗੇ ਔਰ ਕਿਹੜੇ ਮਾਮਲਿਆਂ ਦੀ ਲਾਈਵ ਟੈਲੀਕਾਸਟ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚੂਗੀ, ਇਹ ਫੈਸਲਾ ਵਿਸਥਾਰ ਦੇ ਨਾਲ ਦੇਊਗੀ ਜੋ ਵੀ ਬੈਂਚ ਬੈਠੂਗੀ। ਤਾਂ ਹੁਣ ਇਹਦਾ ਮਤਲਬ ਇਹੋ ਹੀ ਆ ਕਿ ਸਾਰਾ ਕੁਝ ਸਾਫ਼ ਹੋ ਚੁੱਕਾ। ਸਿਰਫ ਕੁਝ ਚੀਜ਼ਾਂ ਤੈਅ ਕਰਨੀਆਂ ਬਾਕੀ ਹੈ ਕਿ ਕਿੰਨੇ ਕੈਮਰੇ ਹੋਣਗੇ, ਕਿਸ ਚੈਨਲ ਤੇ ਟੈਲੀਕਾਸਟ ਹੋਊਗਾ। ਔਰ ਦੇਖੋ ਨਾ, ਹਰੇਕ ਮਾਮਲਾ ਜਿਹੜਾ ਉਹ ਲੋਕਾਂ ਤੱਕ ਨਹੀਂ ਪਹੁੰਚਾਇਆ ਜਾ ਸਕਦਾ, ਜਨਤਕ ਨਹੀਂ ਨਾ ਕੀਤਾ ਜਾ ਸਕਦਾ। ਮਤਲਬ ਕੋਈ ਰੇਪ ਵਾਲਾ ਮਾਮਲਾ ਆ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਸੈਂਸਿਟਿਵ, ਕੋਈ ਸੰਵੇਦਨਸ਼ੀਲ ਮਸਲਾ, ਕੋਈ ਡਿਫੈਂਸ ਨਾਲ ਜੁੜਿਆ ਮਸਲਾ, ਤਾਂ ਉਹਨੂੰ ਪਬਲਿਕ ਡੋਮੇਨ ਦੇ ਵਿੱਚ ਇਸ ਤਰ੍ਹਾਂ ਨਹੀਂ ਭੇਜਿਆ ਜਾ ਸਕਦਾ। ਸੋ ਇਹ ਚੀਜ਼ ਜਿਹੜੀ ਆ ਇਹ ਹੁਣ ਤੈਅ ਕੀਤੀ ਜਾਊਗੀ। ਵੈਸੇ ਅੱਜ ਇੱਕ ਵਕੀਲ ਨੇ ਕੁਛ ਚੀਜ਼ਾਂ ਜਿਹੜੀਆਂ ਉਹ ਰੱਖੀਆਂ ਸੀ। ਉਹ ਕਹਿੰਦੇ ਕਿ ਦੇਖੋ, ਕੋਈ ਵੀ ਜੱਜ ਜਦੋਂ ਕੋਈ ਟਿੱਪਣੀ ਕਰੂਗਾ ਤੇ ਫਿਰ ਲੋਕ ਉਸ ਵੀਡੀਓ ਦੇ ਵਿੱਚ ਉਹ ਟਿੱਪਣੀ ਕੱਟ ਕੇ ਵਾਇਰਲ ਕਰ ਦਿਆ ਕਰਨਗੇ, ਜਦ ਕਿ ਜੱਜ ਨੇ ਅਗਲੀ ਗੱਲ ਕੀ ਕਹੀ ਆ ਉਹ ਕੋਈ ਸੁਣੂਗਾ ਨਹੀਂ, ਤਾਂ ਫਿਰ ਇਹਦਾ ਮਤਲਬ ਕੀ ਹੋਊਗਾ। ਅਦਾਲਤ ਨੇ ਕਿਹਾ ਕਿ ਦੇਖੋ, ਇਹ ਚੀਜ਼ਾਂ ਜਿਹੜੀਆਂ ਨੇ ਪੁਰਾਣੀ ਸੋਚ ਵਾਲੀਆਂ। ਉਹ ਕਹਿੰਦੇ ਕਿ ਹੁਣ ਵੀ ਤੇ ਇਹੋ ਹੀ ਕੁਛ ਹੋਣ ਡਿਆ। ਸਾਡੇ ਇੱਥੇ ਆਉਂਦੇ ਆ, ਮੀਡੀਆ ਵਾਲੇ ਕਵਰੇਜ ਕਰਦੇ ਆ, ਔਰ ਸਵੇਰੇ ਅਸੀਂ ਅਖਬਾਰ ਪੜ੍ਹਦੇ ਆ ਤੇ ਹੂ ਬਹੂ ਲਾਈਵ ਜਿਹੜੀ ਸਾਡੀ ਗੱਲਬਾਤ ਹੁੰਦੀ ਆ ਉਹ ਉਹਨਾਂ ਨੇ ਛਾਪੀ ਹੁੰਦੀ ਆ, ਅਖਬਾਰ ਦੇ ਵਿੱਚ ਪ੍ਰਿੰਟ ਕੀਤੀ ਹੁੰਦੀ ਆ। ਮਤਲਬ ਕਿ ਜੋ ਅਸੀਂ ਬੋਲਦੇ ਇੱਕ ਤਰ੍ਹਾਂ ਨਾਲ ਲਾਈਵ ਕਵਰੇਜ ਜਿਹੜੀ ਆ ਉਹ ਅਗਲੇ ਦਿਨ ਅਖਬਾਰਾਂ 'ਚ ਛਾਪ ਦਿੰਦੇ, ਪ੍ਰਿੰਟ ਕਰ ਦਿੰਦੇ ਆ। ਇਹ ਪੁਰਾਣੀ ਸੋਚ ਆ, ਇਹਨਾਂ ਚੀਜ਼ਾਂ ਤੇ ਨਹੀਂ ਤੁਰਿਆ ਜਾ ਸਕਦਾ। ਖੈਰ, ਸੁਪਰੀਮ ਕੋਰਟ ਨੇ ਅੱਗੇ ਵੀ ਕੁਛ ਚੀਜ਼ਾਂ ਜਿਹੜੀਆਂ ਨੇ ਅਲਾਓ ਕੀਤੀਆਂ, ਜਿੱਦਾਂ ਸੁਪਰੀਮ ਕੋਰਟ ਦੇ ਵਿੱਚ ਪ੍ਰੈਸ ਨੂੰ ਮੋਬਾਈਲ ਫੋਨ ਵਰਤਣ ਦੀ ਇਜਾਜ਼ਤ ਦਿੱਤੀ ਗਈ। ਜੱਜਾਂ ਨੂੰ ਨਿਯੁਕਤ ਕਰਨ ਵਾਲਾ ਜਿਹੜਾ ਕੋਲੇਜੀਅਮ ਸਿਸਟਮ ਹੈ ਉਹਦੇ ਪ੍ਰਸਤਾਵਾਂ ਨੂੰ, ਉਹਦੇ ਮਤਿਆਂ ਨੂੰ ਜਨਤਕ ਕੀਤਾ ਗਿਆ।
ਜੱਜਾਂ ਨੇ ਆਪਣੀ ਜਾਇਦਾਦ ਜਿਹੜੀ ਆ ਉਹ ਵੈਬਸਾਈਟ ਤੇ ਪਾਉਣੀ ਸ਼ੁਰੂ ਕੀਤੀ ਹੋਈ ਆ। ਖੈਰ ਇੱਕ ਨਵੀਂ ਪਹਿਲ ਕਦਮੀ ਆ, ਇਹਦੇ ਸਿੱਟੇ ਆ ਜਿਹੜੇ ਹੁਣ ਦੇਖਦੇ ਆ ਕਿਸ ਤਰ੍ਹਾਂ ਦੇ ਨਿਕਲਦੇ ਆ। ਲੋਕ ਸਭਾ ਰਾਜ ਸਭਾ ਦੀ ਜਿਹੜੀ ਕਾਰਵਾਈ ਲਾਈਵ ਹੋਈ ਆ ਉਹਨੇ ਕਈ ਦਫਾ ਨਾਰਾਜ਼ ਕੀਤਾ, ਕਈ ਦਫਾ ਹਤਾਸ਼ ਕੀਤਾ ਲੋਕਾਂ ਨੂੰ। ਸੋ ਇਸ ਕਵਰੇਜ ਦੇ ਨਾਲ ਕਿਸ ਤਰ੍ਹਾਂ ਦਾ ਲੋਕਾਂ ਦਾ ਜੁੜਾਵ ਹੋਊਗਾ ਉਹ ਸਮਾਂ ਦੱਸੂਗਾ। ਪਰ ਸੁਪਰੀਮ ਕੋਰਟ ਦੀ ਜੇ ਲਾਈਵ ਕਵਰੇਜ ਹੋਗੀ ਤੇ ਸਾਡੇ ਪੰਜਾਬ ਦੇ ਬੱਚੇ ਜ਼ਰੂਰ ਜਿੱਦ ਕਰਨਗੇ ਕਿ ਕਾਰਟੂਨ ਵੇਖ ਵੇਖ ਕੇ ਅੱਕ ਗਏ ਆ, ਹੁਣ ਤੁਸੀਂ ਵੀ ਅਸੈਂਬਲੀ ਦੀ ਕਵਰੇਜ ਜਿਹੜੀ ਉਹ ਜ਼ਰੂਰੀ ਕਰ ਦਿਓ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਬਾਸਮਤੀ ਦੀ ਬਰਾਮਦ ਦੇ ਆਰਡਰ ਹੋ ਰਹੇ ਨੇ ਰੱਦ, ਇੱਕ ਅੰਗਰੇਜ਼ੀ ਅਖਬਾਰ ਨੇ ਦਾਅਵਾ ਕੀਤਾ। ਇਹ ਬੜੀ ਚਿੰਤਾਜਨਕ ਗੱਲ ਆ। ਜੇ ਇਸ ਤਰ੍ਹਾਂ ਆਰਡਰ ਰੱਦ ਹੋ ਰਿਹਾ ਤੇ ਇਹਦਾ ਮਤਲਬ ਹੈ ਕਿ ਸਭ ਤੋਂ ਜ਼ਿਆਦਾ ਫਿਰ ਪੰਜਾਬੀ ਕਿਸਾਨ ਰਗੜਿਆ ਜਾਊਗਾ। HD ਨੇ ਦਾਅਵਾ ਕੀਤਾ, ਜੇ ਇਹ ਦਾਅਵਾ ਸਹੀ ਹੈ ਤੇ ਫਿਰ ਪੰਜਾਬ ਦੇ ਕਿਸਾਨਾਂ ਨੂੰ ਤੇ ਸੋਚਣਾ ਪਊ, ਵਿਚਾਰਨਾ ਪਊ, ਕਿਉਂਕਿ ਸਭ ਤੋਂ ਵੱਡੀ ਪੈਦਾਵਾਰ ਜਿਹੜੀ ਆ ਪੂਰੇ ਭਾਰਤ ਦੇ ਵਿੱਚੋਂ ਜਾਂ ਕਹੀਏ ਪੂਰੇ ਸੰਸਾਰ ਦੇ ਵਿੱਚੋਂ ਪੰਜਾਬ ਦੇ ਅੰਦਰ ਹੁੰਦੀ ਆ ਜੀ। ਵੈਸੇ ਹਰਿਆਣਾ ਜਿਹੜਾ ਉਹ ਹੁਣ ਮੋਹਰਾਂ ਤੇ ਚੜਿਆ ਪਿਆ, ਜਿੱਦਾਂ ਸਾਡੀ ਜਿਹੜੀ ਪੈਦਾਵਾਰ ਆ 26 ਲੱਖ ਟਨ ਪੈਦਾਵਾਰ ਆ ਸਾਲਾਨਾ, ਉਹਨਾਂ ਦੀ 24 ਲੱਖ ਟਨ ਆ। ਤੇ ਫਿਰ ਮੇਰੇ ਖਿਆਲ ਦੇ ਨਾਲ ਯੂਪੀ ਆ ਜਿਹੜਾ ਉਹ 20 ਲੱਖ ਟਨ ਦੇ ਨਾਲ ਤੀਸਰੇ ਨੰਬਰ ਤੇ ਆ। ਉਹਦਾ ਜੇ ਪੂਰੇ ਸੰਸਾਰ ਦੀ ਗੱਲ ਕਰੀਏ 110 ਮਿਲੀਅਨ ਟਨ ਬਾਸਮਤੀ ਹੈ ਜਿਹੜੀ ਉਹ ਭਾਰਤ ਦੇ ਵਿੱਚ ਪੈਦਾ ਹੁੰਦੀ ਹੈ, ਯਾਨੀ ਦੁਨੀਆ ਦੇ ਵਿੱਚ ਕੁੱਲ ਜਿੰਨੀ ਬਾਸਮਤੀ ਹੈ ਉਹਦਾ 70% ਇੰਡੀਆ 'ਚ ਉਤਪਾਦਨ ਹੁੰਦਾ। 7 ਮਿਲੀਅਨ ਟਨ ਦੇ ਨਾਲ ਫਿਲੀਪੀਨਸ ਦੂਸਰੇ ਨੰਬਰ ਤੇ ਆ, 5 ਮਿਲੀਅਨ ਟਨ ਦੇ ਨਾਲ ਤੀਸਰੇ ਨੰਬਰ ਤੇ ਪਾਕਿਸਤਾਨ ਆ। ਇੱਕ ਮੈਂ ਦਿਲਚਸਪ ਗੱਲ ਤੁਹਾਨੂੰ ਇੱਥੇ ਸੁਣਾਉਣੀ ਜ਼ਰੂਰ ਚਾਹੂੰਗਾ। ਦੱਸਦੇ ਆ ਕਿ ਪਹਿਲਾਂ ਪਾਕਿਸਤਾਨ ਦੇ ਵਿੱਚ ਹੀ ਇਹ ਜਿਹੜੀ ਬਾਸਮਤੀ ਹੈ ਮਹਿਕਾ ਖਿਲਾਰਦੀ ਹੁੰਦੀ ਸੀ, ਸਾਡੇ ਨਹੀਂ ਸੀ ਹੁੰਦੀ। ਤਾਂ ਜਦੋਂ ਦੱਸਦੇ ਆ ਕਿ 1965 ਵਾਲਾ ਜੰਗ ਹੋਇਆ ਨਾ, ਤਾਂ ਉਦੋਂ ਜਦੋਂ ਫੌਜ ਬਿਲਕੁਲ ਲਾਹੌਰ ਦੇ ਲਾਗੇ ਪਹੁੰਚ ਗਈ, ਉੱਥੋਂ ਕੁਛ ਬੋਰੀਆਂ ਜਿਹੜੀਆਂ ਦੱਸਦੇ ਬਾਸਮਤੀ ਦੇ ਬੀਵੀਆਂ ਮਿਲੀਆਂ। ਉਸ ਤੋਂ ਬਾਅਦ ਫਿਰ ਇੱਥੇ ਖੇਤੀ ਹੈ ਜਿਹੜੀ ਪ੍ਰਫੁੱਲਤ ਹੋਈ ਹੈ। ਹੁਣ ਪਤਾ ਨਹੀਂ ਇਹ ਮਿਥਿਹਾਸ ਹੈ ਜਾਂ ਵਾਕਿਆ ਕੋਈ ਘਟਨਾ ਵਾਪਰੀ, ਪਰ ਇਹ ਚੀਜ਼ ਜੁੜੀ ਹੋਈ ਹੈ ਇਸ ਚੀਜ਼ ਦੇ ਨਾਲ। ਖੈਰ ਹੁਣ ਇਸ ਮਾਮਲੇ ਦੇ ਵਿੱਚ ਕੀ ਪੇਚ ਫਸਿਆ ਸੀਗਾ ਕਿ ਯੂਰਪੀਅਨ ਯੂਨੀਅਨ ਨੇ ਪਿੱਛੇ ਜੇ ਇੰਡੀਅਨ ਬਾਸਮਤੀ ਇਹ ਕਹਿ ਕੇ ਕਿ ਇਹਨਾਂ ਦੇ ਵਿੱਚ ਕੀਟਨਾਸ਼ਕ ਹੈ ਜਿਹੜਾ ਉਹ ਤੈਅ ਪੈਮਾਨੇ ਤੋਂ ਜ਼ਿਆਦਾ, ਵੈਸੇ ਉਹਨਾਂ ਨੇ ਪੈਮਾਨਾ ਬਦਲ ਦਿੱਤਾ ਸੀਗਾ, ਤਾਂ ਉਹਨਾਂ ਦਾ ਜਿਹੜਾ ਪੈਮਾਨਾ ਸੀਗਾ ਉਹ ਬਹੁਤ ਤਿੱਖਾ ਸੀਗਾ, ਜਿੱਦਾਂ 0.01 ਚਾਹੀਦਾ ਸੀਗਾ PPM ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਇਹਨਾਂ ਦਾ ਜਿਹੜਾ ਉੱਥੇ ਆਇਆ ਕੀਟਨਾਸ਼ਕ ਅੰਸ਼ ਆਇਆ ਜਿਹੜਾ ਉਹ 1% ਸੀ, ਯਾਨੀ 1 ਕਿਲੋ ਦੇ ਵਿੱਚ ਜਿਹੜਾ ਤੈਅ ਪੈਮਾਨਾ ਸੀ 0.01 ਸੀਗਾ, ਪਰ ਇਹਨਾਂ ਦਾ 1% ਆਇਆ, ਉਹਨਾਂ ਨੇ ਬੈਨ ਕਰ ਦਿੱਤਾ ਸੀਗਾ। ਔਰ ਸਭ ਤੋਂ ਜ਼ਿਆਦਾ ਜਿਹੜੀ ਖਪਤ ਹੁੰਦੀ ਹੈ ਉਹ ਯੂਰਪ ਦੇ ਵਿੱਚ ਹੁੰਦੀ ਹੈ ਇੰਡੀਅਨ ਬਾਸਮਤੀ ਦੀ, ਹੋਰ ਵੀ ਦੇਸ਼ਾਂ ਦੇ ਵਿੱਚ ਹੈ, ਯੂਰਪੀਅਨ ਯੂਨੀਅਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਾਸਮਤੀ ਹੈ ਜਿਹੜੀ ਉਹ ਖਪਦੀ ਆ। ਇਸ ਮਾਮਲੇ ਦੇ ਵਿੱਚ ਫਿਰ ਚਿੰਤਾ ਦੀਆਂ ਲਕੀਰਾਂ ਜਿਹੜੀਆਂ ਸੀਗੀਆਂ ਉਹ ਇੱਥੋਂ ਦੀਆਂ ਕੁਛ ਜਿਹੜੀਆਂ ਸੰਸਥਾਵਾਂ ਦੇਖਦੀਆਂ ਇਸ ਕੰਮ ਨੂੰ, ਉਹਨਾਂ ਦੇ ਮੱਥੇ ਤੇ ਉਕਰੀਆਂ ਸੀਗੀਆਂ ਕਿ ਕੀ ਬਣੂਗਾ। ਪਰ ਬਹਰਹਾਲ 1 ਸਾਲ ਲਈ ਪਾਬੰਦ ਕੀਤਾ ਸੀਗਾ ਯੂਰਪੀਅਨ ਯੂਨੀਅਨ ਨੇ, ਹੁਣ ਉਹ ਪਾਬੰਦੀ ਹਟ ਗਈ ਹੈ। ਪਰ ਉੱਤੋਂ ਫਿਰ ਆ ਜਿਹੜੀ ਖਬਰ ਆ ਜਾਣੀ ਕਿ ਹਾਲੇ ਵੀ ਆਰਡਰ ਜਿਹੜੇ ਉਹ ਰੱਦ ਹੋ ਰਹੇ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਬਹੁਤ ਚਿੰਤਾਜਨਕ ਗੱਲ ਆ। ਇਹਨਾਂ ਨੇ ਤੇ ਇੱਥੋਂ ਤੱਕ ਕਿਹਾ HD ਵਾਲਿਆਂ ਨੇ, ਹਿੰਦੁਸਤਾਨ ਟਾਈਮਜ਼ ਵਾਲਿਆਂ ਨੇ ਕਿ 400 ਬਰਾਮਦ ਆਰਡਰ ਜਿਹੜੇ ਆ ਉਹ ਰੱਦ ਹੋ ਗਏ। 400 ਆਰਡਰ, ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ 400 ਆਰਡਰ ਦੇ ਵਿੱਚ ਕਿੰਨੀ ਬਾਸਮਤੀ ਜਾਂਦੀ ਹੋਊਗੀ। ਇਹ ਆਰਡਰ ਰੱਦ ਹੋਏ ਆ ਜਿਹੜੇ ਇਹ ਵੱਖ-ਵੱਖ ਦੇਸ਼ਾਂ 'ਚ, ਜਿੱਦਾਂ ਯੂਰਪ ਯੂਨੀਅਨ, ਜਿੱਦਾਂ ਉਹ ਮੈਂ ਤੁਹਾਨੂੰ ਦੱਸਿਆ ਹੀ ਆ, ਅਮਰੀਕਾ ਤੇ ਫਿਰ ਹੋਰ ਵਿਸ਼ਵ ਦੇ ਜਿਹੜੇ ਵੱਖ-ਵੱਖ ਬਾਜ਼ਾਰ ਹੈ ਉਹਨਾਂ ਦੇ ਵਿੱਚੋਂ ਇਹ ਆਰਡਰ ਜਿਹੜੇ ਆ ਰੱਦ ਹੋਣ ਦੀਆਂ ਖਬਰਾਂ ਆ ਰਹੀਆਂ ਨੇ। ਤਾਂ ਇੱਕ ਚੀਜ਼ ਹੋਰ ਵੀ ਆ, ਜਿਹੜਾ ਪੰਜਾਬ ਰਾਈਸ ਮਿਲਰਸ ਐਕਸਪੋਰਟਰ ਐਸੋਸੀਏਸ਼ਨ ਵਾਲੇ ਆ, ਉਹਨਾਂ ਨੇ ਦੱਸਿਆ ਕਿ ਦੇਖੋ ਇਹ ਜਿਹੜੀਆਂ 4-5 ਦਵਾਈਆਂ ਜਿੱਦਾਂ ਐਸੀਫੇਟ ਆ, ਕੋਈ ਹੋਰ ਆ ਜਿੱਦਾਂ ਟ੍ਰਾਈਸਾਈਕਲਾਜ਼ੋਲ ਆ, ਰੈਜ਼ਾਫੋਸ ਆ, ਇਹ ਜਿਹੜੀਆਂ ਦਵਾਈਆਂ ਨੇ ਉਹ ਉਹਨਾਂ ਨੇ ਰੋਕੀਆਂ ਨੇ ਕਿ ਅਸੀਂ ਇਹ ਦਵਾਈਆਂ ਦਾ ਜੇ ਤੁਸੀਂ ਅੰਸ਼ ਨਾ ਰੋਕਿਆ, ਇਹ ਵੱਧ ਹੋਇਆ ਪੈਮਾਨੇ ਤੋਂ, ਅਸੀਂ ਤੁਹਾਡੀ ਇਹ ਬਾਸਮਤੀ ਹੋ ਸਕਦਾ ਪੱਕੇ ਤੌਰ ਤੇ ਬੰਦ ਕਰ ਦਈਏ। ਪਰ ਉਹ ਕਹਿੰਦੇ ਕਿ ਰੌਲਾ ਇਹ ਆ ਕਿ ਇੱਕ ਕੋਈ ਕਾਨੂੰਨ ਆ ਜਾਂ ਕੋਈ ਕਾਇਦਾ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਕੋਈ ਕੇਂਦਰੀ ਕਾਨੂੰਨ ਹੈ ਜਿਹਨੂੰ ਕੇਂਦਰੀ ਇਨਸੈਕਟੀਸਾਈਡਸ ਬੋਰਡ ਉਹ ਰਜਿਸਟ੍ਰੇਸ਼ਨ ਕਮੇਟੀ ਕਹਿੰਦੇ ਆ, ਉਹਦੇ ਵਿੱਚ ਇਹ ਜਿਹੜੀਆਂ ਕੰਪਨੀਆਂ ਨੇ ਉਹ ਰਜਿਸਟਰਡ ਨੇ। ਤਾਂ ਇਹ ਜਿਹੜਾ ਐਕਟ ਆ ਇਹ 1968 ਦਾ ਐਕਟ ਆ, ਇਹਦੇ ਮੁਤਾਬਕ ਇਹਨਾਂ ਕੰਪਨੀਆਂ ਨੂੰ ਪਾਬੰਦ ਨਹੀਂ ਕੀਤਾ ਜਾ ਸਕਦਾ। ਹੁਣ ਜਿੱਥੇ ਆ ਕੇ ਰੱਪੜ ਪੈ ਜਾਂਦਾ, ਹੁਣ ਜਿਹੜੀਆਂ ਕੀਟਨਾਸ਼ਕ ਕੰਪਨੀਆਂ ਬਾਜ਼ਾਰਾਂ ਦੇ ਵਿੱਚ ਆਉਂਦੀਆਂ, ਕਿਸਾਨ ਜਿਹੜੇ ਆ ਉਹ ਇਸ ਚੀਜ਼ ਤੋਂ ਅਣਜਾਣ, ਹੁਣ ਉਹਨਾਂ ਨੂੰ ਕੀ ਪਤਾ ਕਿ ਯੂਰਪ ਯੂਨੀਅਨ 'ਚ ਕੀ ਚੱਲੀ ਜਾਂਦਾ, ਉੱਤੇ ਦਿੱਲੀ ਦੇ ਵਿੱਚ ਕੀ ਚੱਲੀ ਜਾਂਦਾ।
ਉਹ ਉਹੀ ਦਵਾਈਆਂ ਜਿਹੜੀਆਂ ਕਿ ਇੱਕ ਤਰ੍ਹਾਂ ਨਾਲ ਰਵਾਇਤੀ ਬਣੀਆਂ ਪਈਆਂ, ਆਹ ਛਿੜਕਣਾ ਫੰਗੀਸਾਈਡ ਆ ਜੀ, ਉੱਲੀ ਵਾਸਤੇ ਆ, ਉਹ ਉਹੀ ਆਹ ਝੁਲਸ ਰੋਗ ਵਾਸਤੇ ਉਹੀ ਛਿੜਕੀ ਜਾਂਦੇ ਆ। ਹਾਲਾਂਕਿ ਕਾਹਨ ਸਿੰਘ ਪੰਨੂ ਹੋਰਾਂ ਨੇ, ਕਿਉਂਕਿ ਮਿਸ਼ਨ ਤੰਦਰੁਸਤ ਦੀ ਉਹ ਕਰਦੇ ਪਏ ਅਗਵਾਈ, ਉਹਨਾਂ ਨੇ ਕਾਫੀ ਵੱਡੇ ਪੱਧਰ ਤੇ ਪ੍ਰਚਾਰ ਕੀਤਾ, ਪਰ ਜਿੰਨੇ ਹੇਠਲੇ ਪੱਧਰ ਤੇ ਉਹ ਪ੍ਰਚਾਰ ਜਾਣਾ ਚਾਹੀਦਾ ਸੀਗਾ ਹੁਣ ਤੱਕ ਨਹੀਂ ਪਹੁੰਚ ਸਕਿਆ। ਇਸੇ ਕਰਕੇ ਖਤਰਾ ਜਿਹੜਾ ਉਹ ਇਹੋ ਹੀ ਆ ਕਿ ਜਿਸ ਤਰੀਕੇ ਨਾਲ ਹਾਲੇ ਵੀ ਆਰਡਰ ਰੱਦ ਹੋ ਰਹੇ ਆ, ਤਾਂ ਇਹਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦੇ ਕਿਸਾਨ ਨੂੰ ਝੱਲਣਾ ਪੈ ਸਕਦਾ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇਹਦੇ ਵਿੱਚ MSP ਨਹੀਂ ਹੁੰਦੀ। 90% ਦੀ ਜਿਹੜੀ ਬਾਸਮਤੀ ਖਰੀਦੀ ਜਾਂਦੀ ਹੈ, ਜਿਹੜੇ ਨਿੱਜੀ ਵਪਾਰੀ ਹੁੰਦੇ ਆ, ਤਾਂ ਇਹ ਐਕਸਪੋਰਟ ਕਰਦੇ ਆ 90% ਦੀ ਬਾਸਮਤੀ, 10% ਦੀ ਸਿਰਫ ਸਾਡੇ ਬਾਜ਼ਾਰ 'ਚ ਸਖਤ ਹੁੰਦੀ ਆ। ਤਾਂ ਉਹ 90% ਦੀ ਜਿਹੜੀ ਬਾਸਮਤੀ ਜੇ ਆਰਡਰ ਇਸ ਤਰ੍ਹਾਂ ਰੱਦ ਕਰਾਈ ਗਈ ਤੇ ਫਿਰ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਕਿਸਾਨ ਦੀ ਮੁਸ਼ਕਲਾਂ ਖੜੀਆਂ ਕਰ ਦੇਵੇ। ਤਾਂ ਇਹ ਹੁਣ ਕਿਤੇ ਨਾ ਕਿਤੇ ਮਿਸਕਮਿਊਨੀਕੇਸ਼ਨ ਹੈ ਕਿ ਹੇਠਲੇ ਪੱਧਰ ਤੇ ਕਿਸਾਨਾਂ ਨੂੰ ਜਿਹੜਾ ਉਹ ਪੂਰੀ ਤਰ੍ਹਾਂ ਅਵੇਅਰ ਨਹੀਂ ਕੀਤਾ ਜਾ ਸਕਿਆ ਕਿ ਜੇਕਰ ਤੁਸੀਂ ਇਸ ਤਰ੍ਹਾਂ ਜਿਹੜੇ ਸਾਲਟ ਇਹਨਾਂ ਛਿੜਕੋਗੇ ਬਾਸਮਤੀ ਦੀਆਂ ਵਰਾਇਟੀਆਂ ਤੇ, ਤਾਂ ਤੁਹਾਨੂੰ ਆਹ ਨੁਕਸਾਨ ਜਿਹੜੇ ਉਹ ਝੱਲਣੇ ਪੈ ਸਕਦੇ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪੰਜਾਬ ਦੀ ਅਸੈਂਬਲੀ ਦਾ ਇਜਲਾਸ ਸ਼ੁਰੂ। ਦੇਖੋ ਪਹਿਲੇ ਦਿਨ ਜਿਹੜਾ ਇਜਲਾਸ ਸ਼ੁਰੂ ਹੋਇਆ ਉਹ ਕਹਿ ਸਕਦੇ ਆ ਕਿ ਸ਼ੁਰੂ ਹੁੰਦਿਆਂ ਹੀ ਖਤਮ ਹੋ ਗਿਆ, ਕਿਉਂਕਿ ਸ਼ਰਧਾਂਜਲੀ ਪ੍ਰੋਗਰਾਮ ਸੀਗਾ ਇਹਨਾਂ ਦਾ 16 ਕੁ ਹਸਤੀਆਂ ਨੂੰ ਜਿਹੜੀਆਂ ਕਿ ਸੰਸਾਰ ਤੋਂ ਚਲੇ ਗਈਆਂ, ਵਿਛੋੜਾ ਹੋ ਗਿਆ ਜਿਨ੍ਹਾਂ ਦਾ, ਤਾਂ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਇਹਨਾਂ ਨੇ ਉਹ ਸਮਾਗਮ ਹੈ ਜਿਹੜਾ ਬੰਦ ਕਰ ਦਿੱਤਾ ਜਿੱਦਾਂ। ਤੇ ਅੱਗੇ ਹੁਣ ਛੁੱਟੀ ਆ ਗਈ ਆ, ਸ਼ਨੀਵਾਰ ਦੀ ਐਤਵਾਰ ਦੀ ਫਿਰ ਛੁੱਟੀ ਆ, ਸੋਮਵਾਰ ਬੈਠਣਗੇ, ਸੋਮਵਾਰ ਇੱਕ ਟੇਬਲ ਕਰਨਗੇ ਰਿਪੋਰਟ, ਉੱਥੇ ਰੌਲਾ ਪੈ ਜਾਣਾ, ਸਟੋਰੀ ਫੇਰ ਤੇ ਮੰਗਲਵਾਰ ਹੋ ਸਕਦਾ ਆ ਕੇ ਫੇਰ ਬੈਠਣ ਤੇ ਅੱਧਾ ਕੁ ਘੰਟਾ ਝੱਟ ਲਾ ਲੈਣ ਇੱਕ ਦੂਜੇ ਦੇ ਨਾਲ, ਫੇਰ ਕਹਿਣ ਕੇ ਹੁਣ ਛੁੱਟੀ ਹੈ, ਬਾਏ ਬਾਏ ਚੱਲਦੇ ਅੱਗੇ ਫੇਰ ਮਿਲਾਂਗੇ, ਅੱਛਾ ਤੋਂ ਹਮ ਚੱਲਦੇ ਹੈ। ਸੋ ਇਹੋ ਜਿਹਾ ਇਹ ਸੈਸ਼ਨ ਆ। ਇਸ ਸੈਸ਼ਨ ਦੀ ਜਿਹੜੀ ਇਹ ਸੰਖੇਪਤਾ, ਇਹਨੂੰ ਲੈ ਕੇ ਅੱਜ ਵਿਰੋਧ ਵੀ ਹੋਇਆ ਵਿਕਰਮ ਮਜੀਠੀਆ ਤੋਂ ਲੈ ਕੇ ਸੁਖਪਾਲ ਖਹਿਰਾ ਤੱਕ। ਸੁਖਪਾਲ ਖਹਿਰਾ ਤੇ ਅੱਜ ਧਰਨੇ ਤੇ ਵੀ ਬਹਿ ਗਿਆ ਸੀਗਾ ਇਸੇ ਚੀਜ਼ ਨੂੰ, ਇਸੇ ਮੰਗ ਨੂੰ ਲੈ ਕੇ ਕਿ ਇੱਕ ਹਫ਼ਤੇ ਦਾ ਸੈਸ਼ਨ ਚਾਹੀਦਾ ਇਸ 48 ਰਿਪੋਰਟ ਤੇ ਚਰਚਾ ਵਾਸਤੇ। ਵੈਸੇ ਗੱਲ ਤੇ ਨਾ ਵੀ ਸਹੀ ਆ, ਦੱਸਦੇ ਕਿ 500 ਸਫ਼ਿਆਂ ਦੀ ਰਿਪੋਰਟ ਆ, ਤੇ ਉਦੋਂ ਟੇਬਲ ਹੋਊਗੀ ਤੇ ਨਾਲ ਦੀ ਨਾਲ ਚਰਚਾ ਸ਼ੁਰੂ ਹੋ ਜਾਣੀ ਆ ਬਾਅਦ ਦੁਪਹਿਰ। ਤੇ ਪੜ੍ਹਨਗੇ ਕਦੋਂ, ਚਰਚਾ ਕਦੋਂ ਕਰਨਗੇ? ਵੈਸੇ ਗੱਲ ਤੇ ਹੈਗੀ ਆ, ਚਲੋ 200 ਪੰਨਿਆਂ ਵਾਲੀ ਰਿਪੋਰਟ ਤੇ ਉਹ ਲੀਕ ਹੋਈ ਆ, ਪਿਛਲੀ ਰਿਪੋਰਟ ਵੀ ਜਿਹੜੀ ਆ ਥੋੜੀ ਬਹੁਤ ਲੀਕ ਹੋਈ ਕਰਦੀ ਆ। ਉਹ ਇਸ ਮਸਲੇ ਤੇ ਸਭ ਤੋਂ ਵੱਡੀ ਗੱਲ ਤੇ ਉਹ ਆ ਕਿ ਜਿਹੜਾ ਪੰਜਾਬ ਦਾ ਦੂਸਰਾ ਮੁੱਦਾ ਕੋਈ ਵੀ ਹੈ, ਜਿੱਦਾਂ ਕਿਸਾਨੀ ਨਾਲ ਜੁੜਿਆ ਜਾਂ ਮਜ਼ਦੂਰ ਨਾਲ ਜੁੜਿਆ ਜਾਂ ਬੇਰੁਜ਼ਗਾਰੀ ਨਾਲ ਜੁੜਿਆ, ਸਿੱਖਿਆ ਨਾਲ ਜੁੜਿਆ ਜਾਂ ਹੋਰ ਵੱਖ-ਵੱਖ ਮੁੱਦੇ ਆ, ਤਾਂ ਕੀ ਉਹਨਾਂ ਮੁੱਦਿਆਂ ਦੀ ਵਾਰੀ ਇਸ ਸੈਸ਼ਨ 'ਚ ਵੀ ਨਹੀਂ ਆਊਗੀ? ਜਿੱਦਾਂ ਅਸੀਂ ਅੱਗੇ ਦੇਖਿਆ ਕਾਂਗਰਸ ਨੇ ਇੱਕ ਹਿਸਾਬ ਕਿਤਾਬ ਜਿਹਾ ਬਣਾ ਲਿਆ, ਛੋਟਾ ਜਿਹਾ ਸੈਸ਼ਨ ਰੱਖ ਦਿੰਦੇ ਆ, ਫਾਰਮੈਲਿਟੀ ਜੀ ਕਰਕੇ ਤੇ ਬਸ ਉਹ ਨਿਕਲ ਲੈਂਦੇ ਆ। ਤਾਂ ਇਹ ਗੱਲ ਹੈ ਕਿ ਜਦੋਂ ਹੁਣ ਇੱਕੋ ਹੀ ਮੁੱਦਾ ਰਹਿ ਗਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਮੁੱਦਾ, ਤਾਂ ਉਹ 48 ਰਿਪੋਰਟ ਜਦੋਂ ਟੇਬਲ ਹੋਊਗੀ ਨਾਲ ਦੀ ਨਾਲ ਰੌਲਾ ਪੈਣਾ ਜਿਹੜਾ ਉਹ ਪੱਕਾ ਯਕੀਨੀ ਆ। ਤੇ ਜਦੋਂ ਰੌਲਾ ਪੈ ਗਿਆ ਕਿ ਦੂਸਰਾ ਪੰਜਾਬ ਹੈ ਜਿਹੜਾ ਉਹ ਤੁਸੀਂ ਨੁਕਰੇ ਲਾ ਛੱਡੋਗੇ। ਇਹ ਦੂਸਰੇ ਮੁੱਦੇ ਆ ਜਿਹੜੇ ਉਹਨਾਂ ਲਈ ਵੀ ਚਰਚਾ ਹੋਣੀ ਚਾਹੀਦੀ ਹੈ, ਉਹਨਾਂ ਵਾਸਤੇ ਵੀ ਉੱਥੇ ਥਾਂ ਹੋਣੀ ਚਾਹੀਦੀ ਹੈ। ਇਸ ਕਰਕੇ ਬਹੁਤ ਛੋਟਾ, ਬਹੁਤ ਸੰਖੇਪ ਸੈਸ਼ਨ ਆ ਜਿਹਦੀ ਚਾਰੇ ਪਾਸੇ ਮੁਖਾਲਫਤ ਹੁੰਦੀ। ਹੁਣ ਦੇਖਦੇ ਹਾਂ ਕਿ ਅੱਗੇ ਸੋਮਵਾਰ ਕੀ ਚੰਨ ਚੜ੍ਹਦਾ, ਪਰ ਇਹ ਤੈਅ ਆ ਕਿ ਰੌਲਾ ਉਧਰ ਬਹੁਤ ਜ਼ਿਆਦਾ ਪਊਗਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ ਦੀ ਲੜਾਈ ਨਹੀਂ ਹੋ ਸਕੀ ਖਤਮ, ਇਜਲਾਸ ਦੌਰਾਨ ਦਿਸੀ ਦਰਾਰ। ਦੇਖੋ ਇਹਨਾਂ ਦੀ ਸੀਟਾਂ ਦੀ ਲੜਾਈ ਹੈ ਜਿਹੜੀ ਉਹ ਓਦਾਂ ਹੀ ਆ ਜਿੱਦਾਂ ਵਿਆਹਾਂ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀ ਨਾ, ਜਦੋਂ ਪਿੱਛੇ ਜੇ ਪਿੰਡਾਂ 'ਚ ਵਿਆਹ ਹੁੰਦੇ ਸੀਗੇ, ਹੁਣ ਤੇ ਪੈਲਸ ਕਲਚਰ ਚੱਲ ਪਿਆ। ਉਹ ਪਿੰਡਾਂ 'ਚ ਵਿਆਹ ਹੁੰਦੇ ਸੀ, ਟੈਂਟ ਤੰਬੂ ਕਨਾਟਾਂ ਇੱਥੇ ਲੱਗ ਜਾਂਦੇ ਸੀ ਪਿੰਡਾਂ ਦੇ ਵਿੱਚ, ਤੇ ਉਹ ਕੁਰਸੀਆਂ ਡਾਈਆਂ ਹੁੰਦੀਆਂ ਸੀ, ਤੇ ਕਈ ਵਾਰ ਕੁਰਸੀਆਂ ਤੋਂ ਬਹਿਣ ਤੋਂ ਲੜ ਪੈਂਦੇ ਸੀਗੇ। ਜਿਹੜੇ ਰਿਸ਼ਤੇਦਾਰੀ ਦੇ ਵਿੱਚ ਥੋੜੇ ਜਿਹੇ VIP ਰਿਸ਼ਤੇਦਾਰ ਹੁੰਦੇ ਆ, ਉਹ ਝਗੜ ਪੈਂਦੇ ਸੀ ਕਿ ਇਸ ਕੁਰਸੀ ਤੇ ਮੈਂ ਬਹਿਣਾ, ਇੱਥੇ ਮੈਂ ਬਹਿਣਾ। ਕਈ ਵਾਰ ਕਾਰ ਤੇ ਚੜ੍ਹਨ ਤੋਂ ਵੀ ਲੜ ਪੈਂਦੇ ਰੁੱਸਿਆਂ ਤੇ। ਸੋ ਇਹਨਾਂ ਦਾ ਵੀ ਹਾਲ ਜਿਹੜਾ ਉਹ ਉਹੋ ਜਿਹੇ ਪ੍ਰਾਹੁਣਿਆਂ ਵਰਗਾ ਹੀ ਆ ਜਿਹੜੇ VIP ਖਾਸ ਪ੍ਰਾਹੁਣੇ ਆ। ਤਾਂ ਇਹ ਇੱਕ ਦੂਜੇ ਦੀ ਕੁਰਸੀ ਖੋਹਣ, ਇੱਕ ਦੂਜੇ ਦੀ ਕੁਰਸੀ ਜਿਹੜੀ ਪਿੱਛੇ ਡਾਉਣ, ਇਹਦੇ ਤੋਂ ਲੜੀ ਜਾਂਦੇ ਆ। ਅੱਜ ਵੀ ਹਾਲ ਇਹਨਾਂ ਦਾ ਇਹੋ ਹੀ ਰਿਹਾ, ਕਿਉਂਕਿ ਕੱਲ ਹੀ ਤੈਅ ਹੋ ਗਿਆ ਸੀਗਾ, ਜਿੱਦਾਂ ਆਪਾਂ ਖਬਰ ਵੀ ਕੀਤੀ ਸੀਗੀ ਕਿ ਹਰਪਾਲ ਸਿੰਘ ਚੀਮਾ ਚਾਹੁੰਦੇ ਆ ਕਿ ਇਹ ਪਿਛਲੀਆਂ ਸੀਟਾਂ ਤੇ ਚਲੇ ਜਾਣ, ਤੇ ਅੱਜ ਵੀ ਇਹੋ ਹੋਇਆ। ਸੁਖਪਾਲ ਖਹਿਰਾ ਤੇ ਉਹਦੇ ਸਾਥੀ ਆ ਜਿਹੜੇ ਪਿਛਲੀ ਕਤਾਰ 'ਚ ਬਹਿ ਗਏ। ਪਰ ਇੱਕ ਚੀਜ਼ ਜਿਹੜੀ ਆ ਉਹ ਨਵੇਕਲੀ ਵਾਪਰੀ ਕਿ HS ਫੂਲਕਾ ਜਿਹੜੇ ਆ ਉਹ ਅਚਾਨਕ ਆਪਣਾ ਰੁਖ ਬਦਲਦੇ ਆ। ਉਹ ਸੁਖਪਾਲ ਖਹਿਰੇ ਤੇ ਪਹਿਲਾਂ ਤੇ ਘਰੇ ਗਏ ਅਮਨ ਅਰੋੜਾ ਦੇ ਨਾਲ,
ਜਦੋਂ ਗੱਲ ਨਹੀਂ ਬਣੀ, ਮਨ ਮਨਾਵਲ ਤੇ ਨਹੀਂ ਹੋਇਆ। ਪਰ ਬਾਅਦ ਦੇ ਵਿੱਚ ਜਦੋਂ ਸੁਖਪਾਲ ਖਹਿਰੇ ਹੋਰਾਂ ਨੇ ਧਰਨਾ ਲਾਇਆ, ਐਚਐਸ ਫੂਲਕਾ ਉਹਨਾਂ ਦੇ ਨਾਲ ਬਹਿ ਕੇ ਜਾ ਕੇ। ਔਰ ਦੂਜੀ ਚੀਜ਼ ਜਿਹੜੀ ਹੈ ਉਹ ਇੱਕ ਹੋਰ ਵਾਪਰੀ ਕਿ ਐਚਐਸ ਫੂਲਕਾ ਨੇ, ਕਿਉਂਕਿ ਉਹਨਾਂ ਦੀ ਸੀਟ ਜਿਹੜੀ ਆ ਪਹਿਲੀ ਰੋਅ ਦੇ ਵਿੱਚ ਸੀਗੀ, ਉਹਨਾਂ ਨੇ ਆਪਣੀ ਸੀਟ ਜਿਹੜੀ ਆ ਉਹ ਸੁਖਪਾਲ ਖਹਿਰਾ ਨੂੰ ਛੱਡਣ ਦੀ ਸਪੀਕਰ ਕੋਲ ਪੇਸ਼ਕਸ਼ ਕਰ ਦਿੱਤੀ ਕਿ ਸੁਖਪਾਲ ਖਹਿਰਾ ਨੂੰ ਮੋਹਰਲੀ ਕਤਾਰ ਦੇ ਵਿੱਚ ਬਿਠਾਇਆ ਜਾਵੇ, ਚਾਹੇ ਮੇਰੀ ਸੀਟ ਜਿਹੜੀ ਆ ਉਹ ਉਹਨਾਂ ਨੂੰ ਦੇ ਦਿੱਤੀ ਜਾਵੇ। ਤਾਂ ਮੁੜ ਕੇ ਹਰਪਾਲ ਸਿੰਘ ਚੀਮਾ ਜਿਹੜਾ ਉਹ ਵੀ ਪੱਤਰਕਾਰਾਂ ਦੇ ਸਾਹਮਣੇ ਕਹਿੰਦਾ ਜੀ ਕਿ ਅਸੀਂ ਤੇ ਇਹਨੂੰ ਸੀਟ ਦਿੱਤੀ ਸੀ ਜੀ ਮੋਹਰਲੀ ਕਤਾਰ ਦੇ ਵਿੱਚ, ਪਰ ਸੁਖਪਾਲ ਖਹਿਰਾ ਆਪਣੀ ਮਰਜ਼ੀ ਦੇ ਨਾਲ ਹੀ ਪਿੱਛੇ ਬਹਿ ਗਿਆ। ਜਦ ਕਿ ਕੱਲ੍ਹ ਇਹ ਕਹਿਣ ਡਿਆ ਸੀਗਾ ਕਿ ਨਹੀਂ ਜੀ ਉਹ ਨਿਯਮਾਂ ਦੇ ਮੁਤਾਬਕ ਉਹਨੂੰ ਸੀਟ ਜਿਹੜੀ ਆ ਪਿਛਲੀ ਮਿਲਣੀ ਆ। ਤਾਂ ਸੀਟ ਦਾ ਇਹ ਰਫੜ ਹੈ ਜਿਹੜਾ, ਇਹ ਰੌਲਾ ਪੈਂਦਾ ਰਿਹਾ। ਪਰ ਇਸ ਦਰਮਿਆਨ ਕਿਉਂਕਿ ਸੁਖਪਾਲ ਖਹਿਰਾ ਮੈਂ ਹਮੇਸ਼ਾ ਕਹਿੰਦਾ ਕਿ ਹੰਡਿਆ ਸਿਆਸਤਦਾਨ ਹੈ, ਉਹ ਸਕੀਮੀ ਹੈ, ਜਿਸ ਤਰ੍ਹਾਂ ਦਾ ਅੱਜ ਵੀ ਸਕੀਮ ਲਾ ਗਿਆ। ਜਿਸ ਤਰੀਕੇ ਨਾਲ ਉਹਨੇ ਧਰਨਾ ਲਾਇਆ, ਸਾਰੀਆਂ ਪਾਰਟੀਆਂ ਜਿਹੜੀਆਂ ਉਹ ਹਾਲੇ ਹੱਥ ਮਿਲਾਵਾ ਜਿਹਾ ਕਰਦੀਆਂ ਪਈਆਂ ਸੀ ਇੱਕ ਦੂਜੇ ਦੇ ਨਾਲ। ਉਹਨਾਂ ਦੇ ਵਿਧਾਇਕ ਜਿਹੜੇ ਮਿਲਦੇ ਗਿਲੇ ਕਰਦੇ ਪਏ ਸੀਗੇ, ਇਹਨਾਂ ਨੇ ਧਰਨਾ ਲਾ ਕੇ ਉਹ ਸਾਰੀਆਂ ਸੁਰਖੀਆਂ ਜਿਹੜੀਆਂ ਬਟੋਰੀਆਂ ਅੱਜ ਦੇ ਦਿਨ। ਤੋਂ ਮੇਲਾ ਲੁੱਟ ਕੇ ਲੈ ਗਿਆ ਸੁਖਪਾਲ ਖਹਿਰਾ ਬਿਨਾਂ ਬੋਲੇ ਤੋਂ, ਬਿਨਾਂ ਗੱਲ। ਤੋਂ ਅੱਜ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਰਫੜਬਾਜ਼ੀ ਹੈ ਉਹ ਇਹੋ ਤੈਅ ਕਰਦੀ ਹੈ ਕਿ ਜੋ ਸੈਸ਼ਨ ਇੱਕ ਉਮੀਦ ਬੁਝਾ ਕੇ ਗਿਆ ਸੀਗਾ, ਉਮੀਦ ਬਣਾ ਕੇ ਗਿਆ ਸੀਗਾ ਕਿ ਹੋ ਸਕਦਾ ਕਿ ਦੋਵਾਂ ਧੜਿਆਂ ਦੇ ਵਿੱਚ ਇਹ ਰਫੜ ਹੈ ਜਿਹੜਾ ਉਹ ਖਤਮ ਹੋ ਜਾਵੇ। ਪਰ ਲੱਗਦਾ ਇਹੋ ਹੈ ਕਿ ਇਹ ਰਫੜ ਹੈ ਜਿਹੜਾ ਉਹ ਅੱਗੇ ਵੀ ਇਹਨਾਂ ਦੀ ਸ਼ਾਖ ਤੇ ਥੱਪੜ ਪਾਉਂਦਾ ਰਹੂਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਜਿਹੜੇ ਸਿਰਸੇ ਵਾਲੇ ਦੀ ਸ਼ਮੂਲੀਅਤ ਬਾਰੇ ਹੁਣ ਨਵੇਂ ਖੁਲਾਸੇ ਆਏ ਸਾਹਮਣੇ। ਦੇਖੋ, ਇਸ ਮਾਮਲੇ ਦੇ ਵਿੱਚ ਅੱਜ ਜਿਹੜਾ ਖੁਲਾਸਾ ਨਵਾਂ ਚਰਚਾ ਦਾ ਵਿਸ਼ਾ ਬਣਿਆ ਉਹ ਹੈ ਕਿ ਲੁਧਿਆਣਾ ਰੇਂਜ ਦੇ ਜਿਹੜੇ ਡਿਪਟੀ ਇੰਸਪੈਕਟਰ ਜਨਰਲ ਰਣਵੀਰ ਸਿੰਘ ਖੱਟੜਾ ਜਿਹੜੇ SIT ਦੇ ਮੁਖੀ ਆ। ਔਰ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ SIT ਇਹ ਜਿਹੜੀ ਆ ਇਹ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਬਣੀ ਜੀ, ਕਿ SIT ਜੇ ਤੁਸੀਂ ਉਹ ਰੱਖਦੇ ਹੋ ਤਾਂ ਫਿਰ ਜਸਟਿਸ ਯੋਰਾ ਸਿੰਘ ਕਮਿਸ਼ਨ ਨੂੰ ਕਿਉਂ ਰੱਦ ਕੀਤਾ, ਫਿਰ ਉਹ ਵੀ ਰੱਖ ਲੈਂਦੇ। ਖੈਰ, ਰਣਵੀਰ ਸਿੰਘ ਖੱਟੜਾ ਉਹ ਸ਼ਖਸ ਨੇ ਜਿਨ੍ਹਾਂ ਦੇ ਬੇਟੇ ਨੇ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਹੋਈ ਹੈ ਐਸੇ ਇਲੈਕਸ਼ਨ 'ਚ ਜਿਹੜੇ ਲੰਘ ਕੇ ਗਏ ਆ। ਸੋ ਰਣਵੀਰ ਸਿੰਘ ਖੱਟੜਾ ਕਈ ਇੰਪੋਰਟੈਂਟ ਜਿਨ੍ਹਾਂ ਨੂੰ ਆਪਾਂ ਮਹੱਤਵਪੂਰਨ ਇਨਵੈਸਟੀਗੇਸ਼ਨ ਕਹਿ ਸਕਦੇ ਹਾਂ ਉਹ ਕਰਦੇ ਪਏ। ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜਾਂਚਾਂ ਪੜਤਾਲਾਂ ਚੱਲਦੀਆਂ ਪਈਆਂ, ਜਿੱਦਾਂ ਮੌੜ ਬੰਬ ਧਮਾਕਾ ਕੀਤਾ। ਤਾਂ ਇਹਦੇ ਬਾਰੇ ਹੁਣ ਉਹਨਾਂ ਨੇ ਇੱਕ ਚੀਜ਼ ਕਹੀ ਆ, ਉਹ ਕਹਿੰਦੇ ਆ ਕਿ ਇਹ ਜਿਹੜੀ ਘਟਨਾ ਸੀ ਬਰਗਾੜੀ ਵਾਲੀ ਜੋ ਹੱਲ ਹੋ ਗਈ ਹੈ, ਦਾਅਵਾ ਕੀਤਾ ਜਾ ਰਿਹਾ ਕਿ ਟ੍ਰੇਸ ਹੋ ਗਈ, ਸੋਲਵ ਕਰ ਲਿਆ ਸਾਰਾ ਮਸਲਾ। ਤਾਂ ਇਹਦੇ ਵਿੱਚ ਤੇ ਪ੍ਰੇਮੀਆਂ ਦਾ ਹੱਥ ਸੀਗਾ ਹੀ ਸੀਗਾ। ਦੂਸਰੀਆਂ 2-3 ਜਿਹੜੀਆਂ ਘਟਨਾਵਾਂ ਵਾਪਰੀਆਂ ਉੱਥੇ ਨੇੜੇ ਨੇੜੇ, ਜਿੱਦਾਂ ਮਸਲਨ ਗੁਰੂਸਰ, ਇੱਕ ਮਲਕੇ ਪਿੰਡ ਜਿਹੜਾ ਮੇਰੇ ਖਿਆਲ ਦੇ ਨਾਲ ਰਾਜ ਬਰਾੜ ਦਾ ਪਿੰਡ ਵੀ ਸੀਗਾ। ਤਾਂ ਇਹਨਾਂ ਪਿੰਡਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਇਹ ਵੀ ਇਹਨਾਂ ਬੰਦਿਆਂ ਦੇ ਹੀ ਕੁਛ ਹੋਰ ਸਾਥੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ। ਤੇ ਇਹ ਕਹਿੰਦੇ ਕਿ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਉਹ ਪੂਰੀਆਂ ਵਿਉਂਤਬੱਧ ਸਨ, ਪੂਰਾ ਜੁਗਤਬੰਦੀ ਨਾਲ ਕੰਮ ਕੀਤਾ ਗਿਆ। ਇੱਥੋਂ ਤੱਕ ਇਹਨਾਂ ਨੇ ਖੁਲਾਸਾ ਕੀਤਾ ਵਾ ਕਿ ਜਿਹੜੀ ਕੌਮੀ ਇਹਨਾਂ ਦੀ ਕਮੇਟੀ ਹੈ ਡੇਰੇ ਵਾਲਿਆਂ ਦੀ, ਸਿੰਦਰਪਾਲ ਬਿੱਟੂ ਉਹਦਾ ਮੈਂਬਰ ਸੀਗਾ। ਔਰ ਮੌੜ ਬੰਬ ਧਮਾਕੇ ਦੇ ਵਿੱਚ ਜਿਹੜੇ ਬੰਦੇ ਇਹ ਸਾਰਾ ਕੰਮ ਕਰਕੇ ਗਏ ਆ ਉਹ ਅਸਲ ਦੇ PA ਦੇ ਨਾਲ ਲਿੰਕ ਦੇ ਵਿੱਚ ਸੀ। ਮਤਲਬ ਜਿਹੜਾ ਡੇਰੇ ਸਰਸੇ ਵਾਲੇ ਦਾ PA ਆ ਉਹਦੇ ਲਿੰਕ ਦੇ ਵਿੱਚ ਉਹ ਬੰਦੇ ਸੀਗੇ। ਹੁਣ ਜ਼ਾਰਾ ਜੀ ਗੱਲ ਆ ਕਿ ਤਾਰਾਂ ਕਿੱਥੇ ਜੋੜਦੇ ਪਏ ਸਭ ਨੂੰ ਪਤਾ, ਪਰ ਇੱਕ ਚੀਜ਼ ਉਹਨਾਂ ਨੇ ਨਾਲ ਇੱਕ ਹੋਰ ਹੀ ਕਹਿ ਦਿੱਤੀ, ਹੋਰ ਹੀ ਉਹਨਾਂ ਨੇ ਕੱਦੂ ਚ ਕਾਨਾ ਪਾ ਦਿੱਤਾ। ਉਹ ਕਹਿੰਦੇ ਕਿ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਉਹਨਾਂ ਦੇ ਪਾਕਿਸਤਾਨ ਤੇ ਹੋਰ ਕਈ ਵਿਦੇਸ਼ੀ ਜਥੇਬੰਦੀਆਂ ਨਾਲ ਸੰਬੰਧ ਹੈ। ਇਹ ਤਕੀਆ ਕਲਾਮ ਜਿਹੜਾ ਉਹ ਆਮ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦਾ, ਪਰ ਅੱਜ ਰਣਵੀਰ ਸਿੰਘ ਖੱਟੜਾ ਨੇ ਵੀ ਬੋਲ ਦਿੱਤਾ। ਇਹਨਾਂ ਨੇ ਕਹਿ ਦਿੱਤਾ ਕਿ ਪਾਕਿਸਤਾਨ ਤੇ ਹੋਰ ਕਈ ਵਿਦੇਸ਼ੀ ਜਥੇਬੰਦੀਆਂ ਨਾਲ ਇਹਨਾਂ ਦੇ ਤਾਲੁਕਾਤ ਆ। ਹੁਣ ਇਹ ਤੇ ਮੇਰੇ ਖਿਆਲ ਦੇ ਨਾਲ ਗੇਮ ਘਮਾਉਣ ਦਾ ਯਤਨ ਕੀਤਾ ਜਾ ਰਿਹਾ। ਉੱਦਾਂ ਵੀ ਰਣਵੀਰ ਸਿੰਘ ਖੱਟੜਾ ਹੋਰ ਠੀਕ ਹੈ, ਉਹਨਾਂ ਦੀ ਕਾਬਲੀਅਤ ਹੈ, ਬਹੁਤ ਸਾਰੇ ਮਾਮਲੇ ਉਹਨਾਂ ਨੇ ਟ੍ਰੇਸ ਵੀ ਕੀਤੇ ਆ। ਰਣਵੀਰ ਸਿੰਘ ਖੱਟੜਾ ਦੇ ਕੁਛ ਮਾਮਲਿਆਂ ਦੇ ਵਿੱਚ ਆਪਦੇ ਜਿਹੜੇ ਆ ਇਹਨਾਂ ਦੇ ਕੰਮ ਕਰ ਰਹੇ ਜਿਹੜੇ ਉਹ ਸ਼ੱਕ ਦੇ ਦਾਇਰੇ ਚ ਆਉਂਦੇ ਆ ਕਿ ਜਿਸ ਤਰੀਕੇ ਦੇ ਨਾਲ ਪਹਿਲੀ ਸਰਕਾਰ ਸੀਗੀ ਉਦੋਂ ਇਹਨਾਂ ਨੇ ਕੱਖ ਨਹੀਂ ਕੀਤਾ, SIT ਤੇ ਉਦੋਂ ਵੀ ਸੀਗੀ। ਹਾਲਾਂਕਿ ਇਹ ਕਹਿੰਦੇ ਆ ਕਿ ਨਹੀਂ ਜੀ ਮੇਰੇ ਤੇ ਕੋਈ ਦਬਾਅ ਨਹੀਂ ਸੀਗਾ। ਤੇ ਦੂਸਰੀ ਤਰਫ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਇਸ਼ਾਰਾ ਕਰਦੀਆਂ ਕਿ ਹਾਲੇ ਵੀ ਜਿਹੜੀ SIT ਆ ਉਹ ਬੋਚ ਕੇ ਪੈਰ ਧਰਦੀ ਹੈ। ਹੁਣ ਜਿੱਦਾਂ ਉਦਾਹਰਨ ਦੇ ਤੌਰ ਤੇ ਆ ਲੈ ਲਈਏ ਮਸਲਾ, ਹੁਣ ਇੱਥੇ ਇੱਕ ਸਵਾਲ ਉੱਠੂਗਾ ਰਣਵੀਰ ਸਿੰਘ ਖੱਟੜਾ ਨੂੰ, ਜਿਹੜੇ ਵੈਸੇ ਕਿ ਆਪਣੇ ਪੁੱਤ ਦੀ ਪੋਲੀਟਿਕਸ ਤੋਂ ਖੁਦ ਨੂੰ ਅਲੱਗ ਕਰ ਲੈਂਦੇ ਆ, ਉਹਨਾਂ ਦਾ ਰਾਈਟ ਵੀ ਆ। ਪਰ ਇੱਕ ਚੀਜ਼ ਜਿਹੜੀ ਕਿ ਉਹਨਾਂ ਦੀ
ਪੇਸ਼ੇਵਰ ਪਹੁੰਚ ਤੇ ਸਵਾਲ ਖੜਾ ਕਰੂਗੀ ਉਹ ਇਹ ਆ ਕਿ ਦੇਖੋ, ਜੇਕਰ ਪਾਕਿਸਤਾਨ ਜਾਂ ਕਿਸੇ ਵਿਦੇਸ਼ੀ ਜਥੇਬੰਦੀ ਦਾ ਇਸ ਮਾਮਲੇ ਦੇ ਵਿੱਚ ਹੱਥ ਆ ਤੇ ਫਿਰ ਤੁਸੀਂ ਇਹਦੀ ਜਾਂਚ ਪੜਤਾਲ ਕਿਉਂ ਕਰੀ ਜਾਂਦੇ ਹੋ ਇਹੋ ਜਿਹੇ ਮਾਮਲਿਆਂ ਦੀ? ਤਾਂ ਫਿਰ ਤੁਹਾਨੂੰ ਇਹ ਜਾਂਚ ਪੜਤਾਲ ਜਿਹੜੀ ਆ ਉਹ CBI ਨੂੰ ਵੀ ਦੇਣ ਦੀ ਥਾਂ ਤੇ NIA ਨੂੰ ਦੇਣੀ ਚਾਹੀਦੀ ਸੀਗੀ, ਕਿਉਂਕਿ ਜੇ ਜੱਗੀ ਜੌਹਲ ਵਾਲਾ ਮਸਲਾ ਉਹ ਤੇ ਤੁਸੀਂ ਝੱਟ ਦੇ ਦਿੱਤਾ ਸੀਗਾ NIA ਨੂੰ ਕਿ ਨਹੀਂ ਜੀ ਇਹਦੇ ਵਿੱਚ ਤਾਰਾਂ ਜਿਹੜੀਆਂ ਵਿਦੇਸ਼ਾਂ ਨਾਲ ਜੁੜਦੀਆਂ, ਤੇ ਜਿੱਥੇ ਵੀ ਵਿਦੇਸ਼ ਨਾਲ ਤਾਰ ਜੁੜਦੀ ਆ ਉੱਥੇ ਫਿਰ ਜਾਂਚ ਪੜਤਾਲ ਜਿਹੜੀ ਆ ਉਹ NIA ਕਰੂਗੀ। ਤੇ ਜੇ ਹੁਣ ਇਹ ਮਸਲਾ ਵਿਦੇਸ਼ੀ ਤਾਕਤਾਂ ਨਾਲ ਜੁੜਦਾ ਤੇ ਫਿਰ ਦਿਓ ਜਾਂਚ ਪੜਤਾਲ NIA ਨੂੰ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਪਰ ਜਾਂਚ ਪੜਤਾਲ ਕਿਉਂ ਨਹੀਂ ਦੇ ਰਹੇ ਤੁਸੀਂ? ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵੀ ਹਰਸਿਮਰਤ ਬਾਦਲ ਦਾ ਜਿਹੜਾ ਬਿਆਨ ਆ ਵੀ ਜੇ ਸਰਕਾਰ ਏਮਜ਼ ਹਸਪਤਾਲ ਦਾ ਕੰਮ ਰੋਕੇਗੀ ਤੇ ਉਹ ਧਰਨਾ ਪ੍ਰਦਰਸ਼ਨ ਕਰਨਗੇ। ਦੇਖੋ, ਏਮਜ਼ ਦੇ ਵਿੱਚ ਟੀਕਾ ਟਪੱਲਾ ਪਤਾ ਨਹੀਂ ਕਦੋਂ ਸ਼ੁਰੂ ਹੋਣਾ, ਪਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਟੱਪਾ ਲਾ ਦਿੱਤਾ ਉੱਥੇ। ਔਰ ਇਹ ਬਠਿੰਡੇ ਦੇ ਵਿੱਚ ਏਮਜ਼ ਬਣ ਜਾ ਰਿਹਾ, ਤੁਹਾਨੂੰ ਪਤਾ ਹੀ ਹੈ, 925 ਕਰੋੜ ਰੁਪਈਆ ਦੀ ਲਾਗਤ ਆ, 700 ਏਕੜ ਦੇ ਵਿੱਚ ਬਣਦਾ ਪਿਆ। ਇਹ ਇੱਕ ਬਹੁਤ ਵੱਡੀ ਸਹੂਲੀਅਤ ਹੈ ਸਾਡੇ ਇਲਾਕੇ ਲਈ ਤੇ ਹੈਗੀ ਹੈ, ਪਰ ਮੇਰੇ ਖਿਆਲ ਦੇ ਨਾਲ ਪੰਜਾਬ ਹੀ ਨਹੀਂ, ਹਰਿਆਣਾ, ਰਾਜਸਥਾਨ ਜਿਹੜਾ ਨਾਂ ਲੱਗਦਾ ਸੂਬਾ, ਉਹਨਾਂ ਨੂੰ ਵੀ ਇੱਕ ਬਹੁਤ ਵੱਡੀ ਸਹੂਲੀਅਤ ਆ। ਪਰ ਰੌਲਾ ਇਹ ਹੈ ਕਿ ਮਾੜੀ ਸਿਆਸਤ ਹੈ ਇੱਥੋਂ ਦੀ, ਭਾਰਤ ਪੂਰੇ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਫਿਰ ਤੇ ਇੱਕ ਤਰ੍ਹਾਂ ਨਾਲ ਰੀਤ ਆ ਕਿ ਇੱਕ ਤੇ ਕ੍ਰੈਡਿਟ ਵਾਰ ਔਰ ਦੂਸਰਾ ਲੱਤ ਖਿੱਚੀ ਵਾਲੀ ਜਿਹੜੀ ਗੇਮ ਚੱਲਦੀ ਉਹ ਹਮੇਸ਼ਾ ਸਿਆਸਤ ਦਾ ਇੱਕ ਹਿੱਸਾ ਰਹੀ ਆ। ਇਹਦੇ ਵਿੱਚ ਇਹ ਸੀਗਾ ਕਿ ਜਦੋਂ ਇਲੈਕਸ਼ਨ ਪੰਜਾਬ ਦੇ ਸਿਰ ਤੇ ਸੀਗੇ ਤਾਂ ਐਨ ਮੌਕੇ ਤੇ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਦਾ ਨੀਂਹ ਪੱਥਰ ਰੱਖਿਆ ਸੀ, ਜਿਹਨੂੰ ਏਮਜ਼ ਪ੍ਰੋਜੈਕਟ ਕਹਿੰਦੇ ਆ। ਹੁਣ ਏਮਜ਼ ਪ੍ਰੋਜੈਕਟ ਜਿਹੜਾ ਸੀਗਾ ਉਹ ਸੀਗਾ ਬਾਦਲਾਂ ਦਾ, ਸਿੱਧੇ ਤੌਰ ਤੇ ਪਤਾ ਉਦੋਂ ਵੀ ਬਹੁਤ ਰੌਲਾ ਪਿਆ ਸੀਗਾ। ਪ੍ਰਤਾਪ ਸਿੰਘ ਬਾਜਵਾ ਕਹਿੰਦਾ ਸੀ ਇੱਧਰ ਮਾਝੇ ਚ ਲਿਆਓ, ਸੁਖਪਾਲ ਖਹਿਰੇ ਹੋਰੀ ਜਿਹੜੇ ਉਹ ਹਮਾਇਤ ਕਰਦੇ ਸੀਗੇ ਕਿ ਦੁਆਬੇ ਵਾਲੀ ਸਾਈਡ ਆਉਣਾ ਚਾਹੀਦਾ, ਪਰ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜ਼ੋਰ ਸੀ ਕੇਂਦਰ ਦੇ ਵਿੱਚ, ਉਹਨਾਂ ਨੇ ਇੱਥੇ ਆਪਣੇ ਇਲਾਕੇ ਚ ਲਵਾ ਲਿਆ। ਤਾਂ ਇੱਥੇ ਆ ਕੇ ਪੇਚ ਫਸ ਗਿਆ, ਕਿਉਂਕਿ ਜਿਹੜਾ ਮਨਪ੍ਰੀਤ ਸਿੰਘ ਬਾਦਲ ਆ ਉਹ ਵੀ ਹੁਣ ਇੱਕ ਤਰ੍ਹਾਂ ਨਾਲ ਬਠਿੰਡਾ ਦੇਖਦਾ ਤੇ ਉੱਥੋਂ ਬੀਬਾ ਹਰਸਿਮਰਤ ਕੌਰ ਬਾਦਲ ਆ, ਔਰ ਦੋਵੇਂ ਚੋਣ ਵੀ ਲੜ ਚੁੱਕੇ ਆ। ਅੱਗੇ ਵੀ ਸੰਭਾਵੀ ਟੱਕਰ ਹੈ ਜਿਹੜੀ ਉਹ ਦੋਨਾਂ ਦੇ ਦਰਮਿਆਨ। ਹੁਣ ਜੇ ਇਹ ਪ੍ਰੋਜੈਕਟ ਚੱਲ ਪੈਂਦਾ, ਮੰਨ ਲਓ ਇਹਦੇ ਚ OPD ਜਿਹੜਾ ਕਿ ਇਹਨਾਂ ਨੇ ਟਾਰਗੇਟ ਰੱਖਿਆ ਸੀਗਾ ਕਿ ਅਪ੍ਰੈਲ 2019 ਤੱਕ ਅਸੀਂ ਇੱਥੇ OPD ਸ਼ੁਰੂ ਕਰਵਾ ਦੇਣੀ ਹੈ, ਜੇ OPD ਸ਼ੁਰੂ ਹੋ ਜਾਂਦੀ ਹੈ ਤੇ ਉਹਦਾ ਇੰਪੈਕਟ ਜਿਹੜਾ ਉਹ ਇਲੈਕਸ਼ਨ ਤੇ ਪੈਣਾ ਸੁਭਾਵਿਕ ਆ। ਤਾਂ ਇਸ ਕਰਕੇ ਇਹ ਜਿਹੜੀ ਲੋਕਲ ਗਵਰਨਮੈਂਟ ਸੀ ਉਹ ਕਿਤੇ ਨਾ ਕਿਤੇ ਲੱਤ ਅੜਿੱਕਾ, ਜਿਵੇਂ ਆਪਾਂ ਕ੍ਰਿਕਟ ਦੇਖਦੇ ਆ ਨਾ ਤੇ ਕਹਿ ਦਿੰਦੇ ਆ ਕਿ ਲੱਤ ਅੜਿੱਕਾ ਪੰਜਾਬੀ ਚ ਕਹਿੰਦੇ LBW, ਤਾਂ ਇਹ ਵੀ ਲੱਤ ਅੜਿੱਕਾ ਜਿਹੜਾ ਉਹ ਪੈਦਾ ਕਰ ਦਿੱਤਾ। ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਫਿਰ ਖਿੱਚ ਕੇ ਇਹਨਾਂ ਤੇ ਨਿਸ਼ਾਨੇ ਕੱਸਣੇ ਸ਼ੁਰੂ ਕਰ ਦਿੱਤੇ। ਫਿਰ ਹੋਇਆ ਕਿ ਇਹ ਜਿਹੜੀਆਂ ਕੁਝ NOC ਨਹੀਂ ਸੀ ਦੇ ਰਹੇ, ਇਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਸੀਗੀ ਨਿਗਮ ਦੀ, ਉਹ ਇਹਨਾਂ ਨੇ ਬਿਨਾਂ ਫੀਸ ਜਮ੍ਹਾਂ ਕਰਾਏ ਤੋਂ ਹੀ ਦੇ ਦਿੱਤੀ। ਤਾਂ ਜਦੋਂ ਇੱਕ NOC ਆ ਗਈ ਫਿਰ ਇਹਨਾਂ ਨੇ ਇਹ ਪ੍ਰੋਗਰਾਮ ਰੱਖ ਦਿੱਤਾ, ਕਿਉਂਕਿ ਇਹਨਾਂ ਨੂੰ ਪਤਾ ਜਿੰਨੀ ਜਲਦੀ ਅਸੀਂ ਕਰਾਂਗੇ ਉਨਾ ਜਲਦੀ ਦਬਾਅ ਬਣੂਗਾ, NOC ਵਗੈਰਾ ਜਿਹੜੀਆਂ ਛੇਤੀ ਰਿਲੀਜ਼ ਹੋਣਗੀਆਂ। ਔਰ ਉਸ ਤੋਂ ਬਾਅਦ OPD ਜੇ ਅਸੀਂ ਅਪ੍ਰੈਲ 2019 ਤੱਕ ਚਲਾ ਦਿੰਦੇ ਹਾਂ ਤਾਂ ਫਿਰ ਉੱਤੇ ਚੋਣ ਹੋਊਗੀ, ਉਹਦਾ ਫਾਇਦਾ ਜਿਹੜਾ ਉਹ ਇੱਥੇ ਬਠਿੰਡੇ ਦੀ ਸੀਟ ਤੇ ਲਿਆ ਜਾ ਸਕਦਾ। ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਟੱਪਾ ਲਾ ਦਿੱਤਾ, ਨਾਲ ਹੀ ਇਹਨਾਂ ਨੂੰ ਸਿੱਧੇ ਤੇ ਸਪਸ਼ਟ ਅੱਖਰਾਂ 'ਚ ਸੁਣਾ ਦਿੱਤਾ ਕਿ ਜੇ ਹੁਣ ਤੁਸੀਂ ਹਸਪਤਾਲ ਦਾ ਕੰਮ ਰੋਕਿਆ ਤੇ ਫਿਰ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ। ਹੁਣ ਦੇਖਣਾ ਹੋਊਗਾ ਕਿ ਇਹ ਕੰਮ ਰੋਕਦੇ ਆ ਜਾਂ ਫਿਰ ਇਸ ਕੰਮ ਨੂੰ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਨੇਪਰੇ ਚਾੜਦੇ। ਮੇਰੇ ਖਿਆਲ ਦੇ ਨਾਲ ਤੇ ਮੋਢੇ ਨਾਲ ਮੋਢਾ ਲਾ ਕੇ ਨੇਪਰੇ ਚਾੜਨਾ ਚਾਹੀਦਾ, ਕਿਉਂਕਿ ਆਪਣਾ ਕ੍ਰੈਡਿਟ ਖੱਟ ਲੈਣ, ਉਹ ਆਪਣੀ ਭਲ ਬਣਾ ਲੈਣ, ਦੋਵੇਂ ਬਣਾ ਲੈਣ, ਪਰ ਇਹਦੇ ਚ ਕਈਆਂ ਨੂੰ ਫਾਇਦਾ, ਲੋਕਾਂ ਨੂੰ ਵੀ ਫਾਇਦਾ ਔਰ ਦੂਸਰੇ ਸਟੇਟਾਂ ਨੂੰ ਵੀ ਫਾਇਦਾ, ਸਾਡੇ ਪੰਜਾਬ ਨੂੰ ਤੇ ਹੈ ਹੀ ਹੈ। ਤਾਂ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਰਾਜਨੀਤੀ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਨਾ ਉੱਧਰੋਂ ਹੋਵੇ ਨਾ ਉੱਧਰੋਂ ਹੋਵੇ। ਰੌਲਾ ਕਿ ਰਾਜਨੀਤੀ ਹੋਊਗੀ, ਇਸੇ ਕਰਕੇ ਹੀ NOC ਜਿਹੜੀਆਂ ਉਹ ਰੋਕੀਆਂ ਗਈਆਂ ਸੀਗੀਆਂ। ਤਾਂ ਇਹ ਇੱਕ ਦਿਲਚਸਪ ਗੱਲ ਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਕੰਮ ਤੇ ਅੱਜ ਸ਼ੁਰੂ ਕਰਾ ਗਈ ਆ, ਪਰ ਹਾਲੇ ਵੀ ਕਈ ਵਿਭਾਗਾਂ ਦੀਆਂ NOC ਜਿਹੜੀਆਂ ਉਹ ਲੈਣਾ ਬਕਾਇਆ। ਜੀ ਜੀ। ਤੇ ਮਿੰਟੂ ਜੀ, ਏਸ਼ੀਆਈ ਖੇਡਾਂ ਵੀ ਚੱਲ ਰਹੀਆਂ ਆ, ਉਸ ਦੇ ਵਿੱਚ ਵੀ ਜੇ ਕੋਈ ਅਪਡੇਟਸ ਹੈਗੀਆਂ ਤਾਂ ਜ਼ਰੂਰ ਦੱਸਿਓ ਜੀ। ਦੇਖੋ, ਏਸ਼ੀਆਈ ਦੇ ਵਿੱਚੋਂ ਸਭ ਤੋਂ ਵੱਡੀ ਤੇ ਅਪਡੇਟ ਇਹੋ ਹੀ ਹੈ ਏਸ਼ੀਅਨ ਗੇਮਸ ਦੇ ਵਿੱਚੋਂ ਕਿ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਣ ਵਾਲੇ ਦੋ ਮੁੰਡਿਆਂ ਨੇ ਅੱਜ ਰੋਇੰਗ ਦੇ ਵਿੱਚ ਮੇਰੇ ਖਿਆਲ ਦੇ ਨਾਲ ਗੋਲਡ ਮੈਡਲ ਜਿੱਤਿਆ। ਕਿਸ਼ਤੀ ਚਾਲਣ ਦੇ ਜਿਹੜੇ ਮੁਕਾਬਲੇ ਹੁੰਦੇ ਆ, ਸਵਰਨ ਦਲੇਲ ਵਾਲੀਆ ਉਹ ਮੁੰਡਾ ਜਿਹੜਾ ਪਹਿਲਾਂ ਵਾਲੀਬਾਲ ਖੇਡਦਾ ਸੀ, ਫਿਰ ਆਰਮੀ 'ਚ ਚਲੇ ਗਿਆ, ਉੱਥੇ ਜਾ ਕੇ ਉਹਨੇ ਕਿਸ਼ਤੀ ਚਾਲਣ ਨੂੰ ਗੇਮ ਅਪਣਾ ਲਿਆ। ਉਹਦੇ ਵਿੱਚ ਉਹਨੂੰ ਬਹੁਤ ਫਾਇਦਾ ਮਿਲਿਆ, ਉਹਦੇ ਕੱਦ ਬਹੁਤ ਆ। ਸੋ ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ। ਓਲੰਪਿਕ ਦੇ ਵਿੱਚ ਵੀ ਉਹਦਾ ਸ਼ਾਇਦ ਪਤਾ ਪੈ ਸਕਦਾ ਸੀ, ਪਰ ਉਦੋਂ ਜ਼ਖਮੀ ਹੋ ਗਿਆ।
ਤਾਂ ਦੂਸਰੀ ਵੱਡੀ ਖਬਰ ਇਹ ਆਈ ਕਿ ਟੈਨਿਸ ਦੇ ਵਿੱਚ ਅੱਜ ਗੋਲਡ ਲੈ ਕੇ ਆਏ ਡਬਲਸ ਦੇ ਵਿੱਚ। ਪਰ ਸਭ ਤੋਂ ਮਾੜੀ ਖਬਰ ਜਿਹੜੀ ਆਈ ਆ ਉਹ ਇਹ ਆਈ ਆ ਕਿ ਕੱਲ ਮੁੰਡੇ ਹਾਰ ਗਏ ਸੀ ਕਬੱਡੀ ਦੇ ਵਿੱਚ, ਜਿਨ੍ਹਾਂ ਦੀ ਬਾਦਸ਼ਾਹਤ ਰਹੀ 28 ਸਾਲ, ਤੇ ਅੱਜ ਕੁੜੀਆਂ ਇਰਾਨ ਤੋਂ ਫਾਈਨਲ 'ਚ ਹਾਰ, ਕੱਲ ਇਹ ਸੈਮੀਫਾਈਨਲ ਤੋਂ ਇਰਾਨ ਨਾਲੋਂ ਹਾਰ ਗਈਆਂ ਸੀਗੀਆਂ। ਤਾਂ ਯਾਨੀ ਜਿੱਦਾਂ ਹਾਕੀ ਦੀ ਬਾਦਸ਼ਾਹਤ ਨੂੰ ਕੋਈ ਮੌਕਾ ਆਇਆ ਤਾਂ ਯੂਰਪੀਅਨ ਦੇਸ਼ਾਂ ਨੇ ਜਾਂ ਦੂਸਰੇ ਹੋਰ ਦੇਸ਼ ਸੀਗੇ, ਨਾਰਥਨ ਅਮਰੀਕਾ ਦੇ ਦੇਸ਼ ਸੀਗੇ, ਜਾਂ ਹੋਰ ਸਪੇਨ ਵਰਗੇ ਦੇਸ਼, ਜਾਂ ਕਈ ਇਹੋ ਜਿਹੇ ਮੁਲਕ ਸੀ ਜਿਨ੍ਹਾਂ ਨੇ ਐਸੀ ਚੁਣੌਤੀ ਦਿੱਤੀ ਕਿ ਮੁੜ ਕੇ ਇੰਡੀਆ ਹਾਕੀ ਦੇ ਨਕਸ਼ੇ 'ਚ ਲੱਭਦਾ ਹੀ ਨਹੀਂ। ਕਿੱਥੇ ਕਹਿੰਦੇ ਸੀਗੇ ਕਿ ਹਾਕੀ ਜਿਹੜੀ ਹੈ ਸਾਡੀ ਖੇਡ ਹੈ, ਅਸੀਂ ਕਹਿੰਦੇ ਸੀ ਕਬੱਡੀ ਸਾਡੀ ਖੇਡ ਹੈ। ਤਾਂ ਜਿਹੜੀ ਸਾਡੀ ਖੇਡ ਹੈ, ਜਿੱਦਾਂ ਹਾਕੀ ਨੂੰ ਚੈਲੰਜ ਹੋਇਆ ਸੀਗਾ, ਉੱਦਾਂ ਕਬੱਡੀ ਨੂੰ ਚੈਲੰਜ ਹੋਇਆ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਇੱਥੇ ਹੁਣ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਜਿਹੜੀਆਂ ਫੋਨ ਲਾਈਨਸ ਓਪਨ ਹੋਣਗੀਆਂ ਸਰੋਤਿਓ, ਜੇ ਤੁਹਾਡਾ ਵੀ ਕੋਈ ਸਵਾਲ ਹੋਊਗਾ ਮਿੰਟੂ ਜੀ ਨੂੰ ਪੰਜਾਬ ਦੀ ਸਿਆਸਤ ਨੂੰ ਲੈ ਕੇ, ਭਾਰਤ ਦੀ ਸਿਆਸਤ ਨੂੰ ਲੈ ਕੇ, ਤਾਂ ਤੁਸੀਂ ਕਾਲ ਕਰ ਸਕੋਗੇ। ਫੋਨ ਲਾਈਨਸ ਓਪਨ ਨੇ। ਕਾਲ ਕਰਨ ਦੇ ਲਈ ਨੰਬਰ ਹੈਗਾ ਹੈ ਜੀ 1408 272 5200 4082725200। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਤੋਂ ਸਵਾਲ ਜਿਹੜਾ ਉਹ ਪੁੱਛ ਸਕੋਗੇ। ਅਤੇ ਮਿੰਟੂ ਜੀ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 15, 16, 17, 18 ਅਕਤੂਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 9165734205 ਜਾਂ ਵਿਜ਼ਿਟ aval.com, A as in Victor, AAL.com। ਕੀ ਤੁਸੀਂ ਵੀ ਡਾਈਟ ਅਤੇ ਐਕਸਰਸਾਈਜ਼ ਕਰਕੇ ਅੱਕ ਚੁੱਕੇ ਹੋ ਤੇ ਤੁਹਾਡਾ ਭਾਰ ਨਹੀਂ ਘਟ ਰਿਹਾ? ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ। ਤੁਹਾਡੇ ਕੋਲ ਪਹੁੰਚ ਰਹੇ ਨੇ ਡਾਕਟਰ GS ਜੰਮੂ, ਫ੍ਰੀ weight loss ਸਰਜਰੀ ਅਵੇਅਰਨੈਸ ਸੈਮੀਨਾਰ ਲੈ ਕੇ ਸੈਕਰਾਮੈਂਟੋ ਦੇ ਵਿੱਚ 17 ਸਤੰਬਰ ਨੂੰ ਸ਼ਾਮੀ 6 ਵਜੇ ਤੋਂ ਰਾਤੀ 8 ਵਜੇ ਤੱਕ 4 ਪੁਆਇੰਟਸ ਬਾਈ ਸ਼ੈਰਟਨ ਸੈਕਰਾਮੈਂਟੋ ਵਿਖੇ, ਜੋ ਕਿ ਬੈਰੀਐਟ੍ਰਿਕ ਸਰਜਰੀ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ। ਇਸ ਸਰਜਰੀ ਦੇ ਨਾਲ ਤੁਸੀਂ ਆਪਣਾ ਭਾਰ ਵੀ ਘਟਾ ਸਕਦੇ ਹੋ ਅਤੇ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ, ਡਾਇਬੀਟੀਜ਼ ਅਤੇ ਹਾਈ ਕੋਲੇਸਟ੍ਰੋਲ ਤੋਂ ਵੀ ਛੁਟਕਾਰਾ ਪਾ ਸਕਦੇ। ਅਤੇ ਇਹਨਾਂ ਸੈਮੀਨਾਰਸ ਤੇ ਤੁਸੀਂ ਮਿਲ ਸਕੋਗੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਬੈਰੀਐਟ੍ਰਿਕ ਸਰਜਰੀ ਕਰਵਾਈ ਹੈ ਅਤੇ ਲਾਭ ਪ੍ਰਾਪਤ ਕੀਤਾ ਹੈ। ਇਹਨਾਂ ਸੈਮੀਨਾਰਸ ਨੂੰ ਅਟੈਂਡ ਕਰਨ ਵਾਸਤੇ ਫ੍ਰੀ ਰਜਿਸਟ੍ਰੇਸ਼ਨ ਲਈ ਗੱਲ ਕਰ ਸਕਦੇ ਹੋ ਜਾਂ ਫਿਰ WhatsApp ਕਰ ਸਕਦੇ ਹੋ ਕੈਨੇਡਾ ਦੇ ਨੰਬਰ ਤੇ ਕਿਰਨ ਰਾਏ 905 791 7777 9057917777 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ www.jammuhospital.com ਤੇ। ਇਹ ਹੈ ਪੰਜਾਬੀ ਰੇਡੀਓ USA। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959 530 415 5959। ਮੈਨੀ ਹੇਅਰ 530-300-7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ
ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਕਾਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਤੁਸੀਂ ਵੀ ਮਿੰਟੂ ਜੀ ਨੂੰ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਫੋਨ ਲਾਈਨਸ ਓਪਨ ਨੇ। ਕਾਲ ਕਰਨ ਦੇ ਲਈ ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਤੇ ਵਾਰੀ ਸਿਰ ਆਪਾਂ ਆਪਣੇ ਕਾਲਰਸ ਦੇ ਵੱਲ ਵੱਧਦੇ ਹਾਂ। ਜਿਹੜੇ ਪਹਿਲਾਂ ਜੁੜੇ ਨੇ ਆਪਣੇ ਨਾਲ ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਰਾਜ ਜੀ ਤੇ ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਲ ਮੇਰਾ ਪ੍ਰਧਾਨ ਸੇਵਕ ਦੀ ਗਵਰਨਮੈਂਟ ਦੇ ਕੰਸਰਨ ਜੀ ਹੈਗਾ। ਇੱਕ ਤੇ ਜਿਹੜਾ RTI ਕਾਨੂੰਨ ਪਾਈ ਫਿਰਦੇ ਸੀ ਉਹਦਾ ਕੀ ਬਣਿਆ? ਦੂਸਰਾ, ਆਮ ਆਦਮੀ ਪਾਰਟੀ ਨੇ ਕੋਈ ਦਿੱਲੀ ਦੇ ਵਿੱਚ CCTV ਕੈਮਰੇ ਲਵਾਉਣ ਦੀ ਸਿਫਾਰਿਸ਼ ਰੱਖੀ ਸੀ, ਉਹਦੀ ਅਪਰੂਵਲ ਨਹੀਂ ਸੀ ਦਿੱਤੀ ਜਾ ਰਹੀ, ਉਹਦਾ ਕੀ ਬਣਿਆ? ਕੋਈ ਫਾਈਨਲ ਹੋਇਆ ਉਹਦਾ ਕਿ ਨਹੀਂ ਹੋਇਆ? ਇਹ ਦੋ ਸਵਾਲਾਂ ਦੇ ਸਵਾਲ ਦੇ ਜਵਾਬ ਪਲੀਜ਼ ਦੇਣਾ ਜਰਾ ਜੀ। ਨਹੀਂ, ਮੇਰੇ ਖਿਆਲ ਦੇ ਨਾਲ ਇਹਨਾਂ ਦਾ ਰੇੜਕਾ ਹਲੇ ਚੱਲੀ ਜਾਂਦਾ ਹੈ। ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਨਾ RTI ਦੇ ਨਾਲ ਜੁੜਿਆ ਜੀ, ਇਹ ਕਈ ਬਿੱਲ, ਕਈ ਤਜਵੀਜ਼ਾਂ ਲੈ ਕੇ ਆਉਂਦੇ ਇਸ ਤਰ੍ਹਾਂ ਦੀਆਂ, ਤਾਂ ਬਾਅਦ ਦੇ ਵਿੱਚ ਫਿਰ ਕਈ ਮਾਮਲਿਆਂ 'ਚ ਬੈਕਫੁੱਟ ਤੇ ਹੋ ਜਾਂਦੇ ਆ। ਜਿੱਦਾਂ ਅੱਗੇ ਪਿੱਛੇ ਜੇ ਇਹਨਾਂ ਨੇ ਲਿਆਂਦਾ ਸੀਗਾ ਕਿ ਉਹ ਰਾਈਟ ਇਨ ਕਰਨ ਵਾਲਾ ਬਿੱਲ, ਕਿ ਬਿਨਾਂ ਪੁੱਛੇ ਜਿਹੜਾ ਡਿਪੋਜ਼ਿਟਰ ਆ ਉਹਦਾ ਪੈਸਾ ਜਿਹੜਾ ਉਹ ਕਰ ਦਿੱਤਾ ਜਾਊਗਾ, ਬਿਲ ਇਨ ਕਰ ਦਿੱਤਾ ਜਾਊਗਾ, ਜਿਹੜੇ ਬੈਂਕ ਦਿਵਾਲੀਆ ਹੋ ਜਾਣਗੇ। ਉਹ ਜਦੋਂ ਰੌਲਾ ਪੈ ਗਿਆ ਉਹ ਇਹਨਾਂ ਨੇ ਵਾਪਸ ਲੈ ਲਿਆ, ਇਹਨਾਂ ਨੇ ਆਪਣੇ ਆਪ ਨੂੰ ਪਿੱਛੇ ਖਿੱਚ ਲਿਆ। ਪਰ ਉਦੋਂ ਤੱਕ ਇਕੱਲੇ ਪੰਜਾਬ ਦੇ ਵਿੱਚ ਹੀ ਦੱਸਦੇ ਆ ਕਿ 1300 ਕਰੋੜ ਰੁਪਈਆ ਜਿਹੜਾ NRI ਨੇ ਆਪਣੇ ਬੈਂਕ ਖਾਤਿਆਂ ਚੋਂ ਕਢਵਾ ਲਿਆ ਸੀ। ਕਿੱਡਾ ਵੱਡਾ ਨੁਕਸਾਨ ਹੋ ਗਿਆ। ਸੋ ਇਹ ਲਿਆਉਂਦੇ ਇਸ ਤਰ੍ਹਾਂ ਦੀਆਂ ਤਜਵੀਜ਼ਾਂ। ਤਾਂ ਕਈ ਇੱਕ ਮਸਲੇ ਤਾਂ ਹੈਗੇ ਆ ਜਿਹੜੇ ਉਹ ਰਾਜ ਸਭਾ ਦੇ ਵਿੱਚ ਘੱਟ ਗਿਣਤੀ ਹੋਣ ਕਰਕੇ ਫਸ ਜਾਂਦੇ ਆ। ਕਈ ਮਾਮਲਿਆਂ ਦੇ ਵਿੱਚ ਜਦੋਂ ਵਿਰੋਧ ਹੁੰਦਾ ਫਿਰ ਉਹ ਬਿੱਲ ਵਾਪਸ ਲੈ ਲਏ ਜਾਂਦੇ। RTI ਵਾਲਾ ਮਸਲਾ ਜਿਹੜਾ ਉਹ ਹਾਲੇ ਤੱਕ ਇਹ ਸੋਧ ਕਰ ਨਹੀਂ ਸਕੇ ਉਸ ਸੈਕਟਰ ਦੇ ਵਿੱਚ, ਕਿਉਂਕਿ ਬਹੁਤ ਵੱਡੇ ਪੱਧਰ ਤੇ ਵਿਰੋਧਤਾ ਹੋਈ ਹੈ ਉਸ ਮਾਮਲੇ। ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਛੋਟੇ ਦੋ ਕੁਐਸਚਨ ਸੀ। ਇੱਕ ਤਾਂ ਜਿੱਦਾਂ ਵਿਆਹ ਹੁਣ ਚੱਲ ਰਿਹਾ ਸੈਸ਼ਨ, ਇਹਦੇ ਵਿੱਚ ਚੀਮਾ ਨੇ ਜੋ ਕਰਨਾ ਸੀ ਉਹ ਕਰਤਾ, ਉਹ ਤਾਂ ਗੱਲ ਕੀਤੀ ਵੀ ਨਾ ਖੇਡਣ ਦੇਣ ਵਾਲਾ ਕੰਮ। ਤੇ ਦੂਜੇ ਪਾਸੇ ਜਿੱਦਾਂ ਭਗਵੰਤ ਮਾਨ ਹੋਣੀ ਇੱਕ ਪਾਸੇ ਤਾਂ ਕਹੀ ਜਾਂਦੇ ਸੀ ਇਕੱਠ ਕਰਨਾ, ਦੂਜੇ ਪਾਸੇ ਖਹਿਰੇ ਦੇ ਖਿਲਾਫ ਬੋਲੀ ਤੁਰੇ ਜਾਂਦੇ। ਇਹ ਕਿੰਨਾ ਇਕੱਠ ਵਾਲਾ ਕੰਮ ਜੀ? ਨਹੀਂ, ਭਗਵੰਤ ਮਾਨ ਇਕੱਠ ਨਹੀਂ ਕਰੂਗਾ। ਭਗਵੰਤ ਮਾਨ ਨੇ ਜੇ ਇਕੱਠ ਕਰਨਾ ਹੁੰਦਾ ਤੇ ਕਿੰਨੇ ਮੌਕੇ ਆਏ ਸੀਗੇ ਕਿ ਇਕੱਠ ਕਰ ਸਕਦੇ ਸੀਗੇ। ਜਿਸ ਤਰੀਕੇ ਨਾਲ ਦੇਖੋ ਅੱਜ ਵੀ ਤੁਸੀਂ ਵੇਖਿਆ ਹੋਣਾ ਜਿਹੜੀ ਸਟੇਟਮੈਂਟ ਹੈ ਭਗਵੰਤ ਮਾਨ ਦੀ, ਉਸ ਦੇ ਤੌਰ ਤੇ ਇਹ ਆ ਕਿ ਸੁਖਪਾਲ ਖਹਿਰਾ ਸਾਡੀ ਪਾਰਟੀ ਤੋੜਨਾ ਚਾਹੁੰਦਾ ਤੇ ਜੇ ਇਹਨੂੰ ਇੰਨਾ ਹੀ ਸ਼ੌਂਕ ਆ ਪਾਰਟੀ ਤੋਂ ਵੱਖ ਹੋ ਕੇ ਇਲੈਕਸ਼ਨ ਲੜ ਕੇ ਵੇਖ ਲਵੇ। ਤੇ ਹੁਣ ਸਾਰੀ ਇਹ ਗੱਲ ਕਹਿੰਦੇ ਆ
ਕਿ ਫਲਾਣਾ ਵੀ ਇਲੈਕਸ਼ਨ ਲੜ ਕੇ ਵੇਖ ਲਿਓ, ਉਹਨੂੰ ਲੱਗ ਜਾਊਗਾ ਪਤਾ। ਤਾਂ ਇਸ ਮਾਮਲੇ ਦੇ ਵਿੱਚ ਭਗਵੰਤ ਮਾਨ ਹੈ ਜਿਹੜਾ ਉਹ ਮੈਂ ਸਮਝਦਾ ਕਿ ਬਹੁਤ ਚਲਾਕੀ ਭਰਿਆ ਉਹ ਇੱਕ ਨਾ ਰੁੱਖ ਰੱਖੀ ਬੈਠਾ। ਜਿੱਦਾਂ ਪਹਿਲਾਂ ਟਵੀਟ ਕਰ ਦਿੱਤਾ ਸੁਖਪਾਲ ਖਹਿਰਾ ਮੇਰਾ ਵੱਡਾ ਬਾਈ ਆ, ਫਿਰ ਕਹਿੰਦਾ ਵੱਡਾ ਬਾਈ ਕਾਹਦਾ, ਇਹ ਤੇ ਸਾਡੀ ਜੜ੍ਹਾਂ ਨੂੰ ਦਾਤੀ ਪਾਉਂਦਾ। ਤਾਂ ਨਹੀਂ ਕੋਈ ਸਮਝ ਨਹੀਂ ਆਉਂਦੀ। ਐਂਡ ਇਹੋ ਜਿਹੀ ਆ ਭਗਵੰਤ ਮਾਨ ਜੇ ਚਾਹੁੰਦਾ ਤੇ ਬਹੁਤ ਸਾਰੀਆਂ ਚੀਜ਼ਾਂ ਬਹੁਤ ਮੌਕਿਆਂ ਤੇ ਠੀਕ ਕੀਤੀਆਂ ਜਾ ਸਕਦੀਆਂ ਸੀ, ਪਰ ਭਗਵੰਤ ਮਾਨ ਦਾ ਤੇ ਸੁਖਪਾਲ ਖਹਿਰੇ ਦਾ ਇਹੋ ਜਿਹਾ ਰਿਸ਼ਤਾ ਕਿ ਬਾਹਰੋਂ ਕੁਛ ਆ ਅੰਦਰੋਂ ਕੁਛ ਆ। ਤੁਹਾਨੂੰ ਯਾਦ ਹੈ ਨਾ ਜਦੋਂ ਸੁਖਪਾਲ ਖਹਿਰੇ ਦੀ ਆਮਦ ਹੋਣੀ ਸੀ ਆਮ ਆਦਮੀ ਪਾਰਟੀ 'ਚ, ਤੇ ਇੱਕ ਟਵੀਟ ਜਿਹੜਾ ਭਗਵੰਤ ਮਾਨ ਨੇ ਮੁੜ ਕੇ ਵਾਪਸ ਵੀ ਲੈ ਲਿਆ ਸੀਗਾ, ਉਸ ਟਵੀਟ ਦੀ ਸ਼ਬਦਾਵਲੀ ਚੇਤੇ ਕਰ ਲਓ। ਤਾਂ ਅੰਦਰ ਖਾਤੇ ਆ ਜਿਹੜਾ ਉਹ ਮੈਂ ਸਮਝਦਾ ਕਿ ਬਹੁਤ ਵੱਡਾ ਖੱਪਾ ਇਹਨਾਂ ਦੇ ਵਿੱਚ ਪੈ ਚੁੱਕਾ। ਹੁਣ ਤੇ ਦੇਖੋ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਚਰਚਾ ਦੇ ਵਿੱਚ ਲਿਆ ਸਕਦੇ ਹਾਂ, ਪਰ ਇਹ ਜਿਹੜੀਆਂ ਗੱਲਾਂ ਹੇਠਲੇ ਪੱਧਰ ਤੇ ਉਹ ਇਹਨਾਂ ਦਾ ਪੀਕ ਟਾਈਮ ਵਾਪਸ ਲੈ ਆਉਣਗੀਆਂ, ਜਿਸ ਟਾਈਮ ਦੇ ਵਿੱਚ ਏਦਾਂ ਲੱਗਦਾ ਸੀਗਾ ਕਿ ਹੁੰਜਾ ਫੇਰ ਦੇਣਗੇ, ਉਹ ਗੱਲਾਂ ਹੁਣ ਗਾਂ ਦੀਆਂ। ਉਹ ਸਮਾਂ ਜਿਹੜਾ ਜਾਂ ਕਹਿ ਲਈਏ ਪਾਣੀ ਪੱਤਰਾਂ ਤੋਂ ਲੰਘ ਗਿਆ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰੀਕ ਕਟਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ ਤੇ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਮਿੰਟੂ ਜੀ ਇਹ ਆ ਕਿ ਸਾਨੂੰ ਨਾ ਬੈਲ ਲੱਗ ਗਿਆ ਤੁਹਾਡੀਆਂ ਖਬਰਾਂ ਦਾ, ਇਹ 2 ਵਾਰੀ ਦਿਆ ਕਰੋ। ਸ਼ਾਮ ਦੇ ਟਾਈਮ ਜਦੋਂ ਸਾਡੇ 5 ਵਜੇ ਨਾ ਉਦੋਂ ਵੀ ਜ਼ਰੂਰ ਚਾਹੀਦੀਆਂ, ਇੱਧਰ ਅਖਬਾਰਾਂ ਆ ਜਾਂਦੀਆਂ ਸਾਰੀਆਂ, ਤੇ ਰਾਹ ਸੌਖੀ ਲੰਘ ਜਾ ਕਰੋ ਜੀ। ਤੇ ਦੂਜੀ ਗੱਲ ਹੈ ਜੀ, 2 ਸਵਾਲ ਹੈ ਛੋਟੇ ਛੋਟੇ ਬਈ। ਇੱਕ ਤਾਂ ਕਰੋ ਜਾਂ ਮਰੋ ਦਾ ਜਿਹੜਾ ਸੀਗਾ ਹੁਣ ਫਿਲਮ ਵੀ ਰਿਲੀਜ਼ ਹੋ ਗਈ ਆ, ਤੇ ਉਹਨੂੰ ਜਿਹੜਾ ਬਰਕਰਾਰ ਰੱਖੋ। ਮੂਹਰੇ ਪੰਚਾਇਤੀ ਇਲੈਕਸ਼ਨ ਆ, ਉਹਦੇ ਵਿੱਚ ਉਹਦਾ ਕੋਈ ਲਾਹਾ ਮਿਲ ਸਕੇ, ਲੋਕ ਕੋਈ ਬਚ ਜਾਣ ਸ਼ਾਇਦ। ਤੇ ਦੂਜਾ ਇੱਕ ਦੱਸਿਓ ਵੀ ਜਿਹੜਾ SGPC ਬਾਦਲਾਂ ਕੋਲ ਇੱਕ ਭਾਈ ਰਣਜੀਤ ਸਿੰਘ ਦੇ ਹੱਕ ਜਿਹੜਾ ਇੱਧਰ ਕੁਛ ਹੋ ਰਿਹਾ, ਉਹ ਗਤੀਵਿਧੀ ਕੋਈ ਗਰਾਊਂਡ ਲੈਵਲ ਤੇ ਹੋ ਰਹੀ ਆ ਜਾਂ ਲੋਕ ਕੁਛ ਚਾਹੁੰਦੇ ਆ ਜਾਂ ਨਹੀਂ, ਇਹਦੇ ਬਾਰੇ ਕੁਝ ਦੱਸਿਓ ਵਿਸਥਾਰ ਨਾਲ ਜੀ। ਥੈਂਕ ਯੂ ਜੀ। ਨਹੀਂ ਦੇਖੋ, ਮਰੋ ਜਾਂ ਵਿਰੋਧ ਕਰੋ ਵਾਲੀ ਜਿਹੜੀ ਗੱਲ ਆ, ਉਹ ਤੇ ਮੈਂ ਅੱਜ ਵੀ ਇੱਕ ਮੈਸੇਜ ਪਾ ਕੇ ਹਟਿਆ ਆਪਣੇ ਸਾਥੀਆਂ ਨੂੰ। ਮੈਂ ਕਿਹਾ ਤੁਸੀਂ ਤੇ ਢਿੱਲੇ, ਕਿਉਂਕਿ ਦੇਖੋ ਮੈਂ ਤੇ ਆਪਣਾ 1 ਮੈਨ ਆਰਮੀ ਵਾਲਾ ਹਿਸਾਬ ਕਿਤਾਬ ਰੱਖਦਾ ਹੁੰਦਾ, ਤੇ ਮੇਰੇ ਕੋਲ ਤੇ ਜਦੋਂ ਵੀ ਸਮਾਂ ਬੱਚੇ ਮੇਰੇ ਵੈਸੇ ਵੀ ਘਰੇ ਆ ਜਾਂਦੇ ਜਿਹੜੇ ਪੀੜਤ ਆ, ਕਿਉਂਕਿ ਮੇਰੇ ਕੋਲ ਇਕੱਲਾ ਐਤਵਾਰ ਬਚਦਾ, ਮੈਂ ਉਹਨਾਂ ਨੂੰ ਬੁਲਾ ਲੈਂਦਾ ਕਿ ਐਤਵਾਰ ਆ ਜਾਓ ਆਪਾਂ ਮਿਲਦੇ ਹਾਂ। ਜੇ ਨਾ ਵੀ ਹੋਵੇ ਮੈਂ ਕਿਸੇ ਨਸ਼ਾ ਛਡਾਊ ਕੇਂਦਰ ਜਾਂ ਕਿਸੇ ਸਮਾਗਮ 'ਚ ਚਲੇ ਜਾਣਾ। ਮੈਂ ਜਿੰਨੇ ਜੋਗਾ ਮੈਂ ਆਪਣੇ ਪੱਧਰ ਤੇ ਕਰਦਾ। ਜੇ ਕੋਈ ਕੱਲ ਨੂੰ ਹੋਰ ਅੱਗੇ ਲੱਗੂਗਾ, ਤੁਹਾਡੇ ਵਰਗਾ ਵੀ ਕੋਈ ਸੱਜਣ ਲੱਗੂ, ਮੈਂ ਪਿਛਲਾ ਵਾਲੀ ਆ, ਮੈਂ ਉਹਦੇ ਮਗਰ ਵੀ ਲੱਗ ਜਾਊਂ। ਸੋ ਆਪਣੇ ਸਾਥੀਆਂ ਨੂੰ ਮੈਂ ਅੱਜ ਵੀ ਮੈਸੇਜ ਛੱਡਿਆ ਕਿ ਇਸ ਤਰ੍ਹਾਂ ਤੁਸੀਂ ਹਿੰਮਤ ਨਾ ਹਾਰੋ, ਤੁਸੀਂ ਅੱਗੇ ਆਓ। ਘੱਟੋ ਘੱਟ ਐਤਵਾਰ ਦੀ ਇੱਕ ਗਤੀਵਿਧੀ ਰੱਖੋ। ਜੇ ਤੁਸੀਂ ਮੰਨ ਲਓ ਕਿਸੇ ਨਸ਼ਾ ਛਡਾਊ ਕੇਂਦਰ 'ਚ ਜਾਂਦੇ ਜਿੱਦਾਂ ਮੈਂ ਜਾਂਦਾ, ਤਾਂ ਉੱਥੇ ਇੱਕ ਤੁਸੀਂ ਇਕੱਲਾ ਹੌਸਲਾ ਨਹੀਂ ਦਿੰਦੇ, ਬਲਕਿ ਉੱਥੇ ਆਪਣੇ ਨਾਲ ਬਹੁਤ ਸਾਰੇ ਸਿਪਾਹੀ ਵੀ ਜੋੜ ਲੈਂਦੇ ਹੋ। ਤਾਂ ਉਹ ਮੰਨ ਲਓ ਨਸ਼ਾ ਛਡਾਊ ਕੇਂਦਰ 'ਚੋਂ ਜਿਹੜੇ ਬੱਚੇ ਨਿਕਲਦੇ ਆ, ਉਹ ਤੁਹਾਡੀ ਲੜਾਈ ਵੀ ਲੜਨਗੇ, ਉਹ ਸਿਪਾਹੀ ਦਾ ਵੀ ਕੰਮ ਦੇਣਗੇ। ਮੈਂ ਕਿਹਾ ਕਿ ਕੋਈ ਐਸੀ ਗਤੀਵਿਧੀ ਹੈ ਜਿਹੜੀ ਉਹ ਜ਼ਰੂਰ ਅਪਣਾਓ, ਤਾਂ ਕਿ ਲੋਕਾਂ ਨੂੰ ਇਹ ਮੈਸੇਜ ਨਾ ਜਾਵੇ ਕਿ ਅਸੀਂ ਡੀਮੋਰਲਾਈਜ਼ ਹੋ ਗਏ ਜਾਂ ਅਸੀਂ ਹੌਸਲਾ ਹਾਰੇ। ਸੋ ਇਹ ਮੈਂ ਤੁਹਾਡੀ ਗੱਲ ਫੇਰ ਪਹੁੰਚਾ ਦੂੰਗਾ। ਮੈਂ ਵੈਸੇ ਪਹੁੰਚਾਈ ਹੈ। SCPC ਵਾਲਾ ਕਿਹੜਾ ਸਵਾਲ ਸੀ, ਮਾੜਾ ਜਿਹਾ ਮੈਨੂੰ ਦੱਸ। ਆਈ ਥਿੰਕ ਜਿਹੜੇ ਜਥੇਦਾਰ ਰਣਜੀਤ ਸਿੰਘ ਹੁਣੀ ਇੱਥੇ ਮੁਹਿੰਮ ਜਿਹੜੀ ਚਲਾ ਰਹੇ ਨੇ, ਉਹਦੇ ਮੁਤਾਬਕ ਸੀਗਾ, ਜਿਹੜੇ ਸਾਬਕਾ ਜਥੇਦਾਰ ਸੀਗੇ ਵੀ ਉਹ ਚੋਣਾਂ ਨੂੰ ਲੈ ਕੇ ਉਹ ਆਪਣੀ ਜਿਹੜੀ ਇੱਕ ਧੜਾ ਤਿਆਰ ਕਰ ਰਹੇ ਆ, ਵੀ ਉਹ ਪਿੰਡ ਲੈਵਲ ਦੇ ਉੱਤੇ ਜਾਂ ਰੂਟ ਲੈਵਲ ਤੇ ਕੁਛ ਹੈ? ਨਹੀਂ ਦੇਖੋ ਹੇਠਲੇ ਪੱਧਰ ਤੇ ਕੋਈ ਉਹਨਾਂ ਦਾ ਕੋਈ ਜ਼ੋਰ ਨਹੀਂ ਹੈ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਜਿੰਨੇ ਜ਼ਿਆਦਾ ਧੜੇ ਹੋਣਗੇ ਉਹਨਾਂ ਜ਼ਿਆਦਾ ਫਾਇਦਾ ਹੋਣਾ ਬਾਦਲ ਕਿਆਂ ਨੂੰ। ਔਰ ਜੇ ਟੱਕਰ ਅਸੀਂ ਵੇਖੀਏ ਤੇ ਐਤਕੀ ਟੱਕਰ ਜੇ ਮੰਨ ਲਓ SCPC ਦਾ ਇਲੈਕਸ਼ਨ ਹੁੰਦਾ, ਵੈਸੇ ਹੋ ਜਾਣਾ ਕਿਉਂਕਿ ਕੋਰਟ ਦੇ ਵਿੱਚ ਆ ਮਾਮਲਾ, ਔਰ ਕੋਰਟ ਨੇ ਇਹ ਮਾਮਲਾ ਜਿਹੜਾ ਉਹ ਹੱਲ ਕਰਵਾਉਣਾ ਹੀ ਕਰਵਾਉਣਾ, ਇਹ ਕੋਰਟ ਦੀ ਜ਼ਿੰਮੇਵਾਰੀ ਹੈ। ਤਾਂ ਮੰਨ ਲਓ ਜੇ ਇਲੈਕਸ਼ਨ ਹੋ ਜਾਂਦਾ ਤੇ ਐਤਕੀ ਇਲੈਕਸ਼ਨ ਜਿਹੜਾ ਉਹ ਸਿੱਧੇ ਰੂਪ ਦੇ ਵਿੱਚ ਅਕਾਲੀ ਕਾਂਗਰਸ ਦਾ ਹੀ ਹੋਊਗਾ, ਕਿਉਂਕਿ ਕਾਂਗਰਸ ਨੇ ਸਪੋਰਟ ਕਰਨੀ ਹੈ ਐਤਕੀ ਉਸ ਧੜੇ ਨੂੰ ਜਿਸ ਧੜੇ ਨੂੰ ਉਹ ਚਾਹੁੰਦੇ ਆ। ਤੇ ਉਹ ਧੜਾ ਕਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਜੀ ਜੀ। ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਪਿਆਰ ਭਰੀ ਰਾਜਕੰਦਰ ਸਿੰਘ ਜੀ, ਮਿੰਟੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਫਿਲਮ ਬਹੁਤ ਵਧੀਆ ਲੱਗੀ ਇਹਨਾਂ ਦੀ, ਯੂਬਾ ਸਿਟੀ ਦੇ ਵਿੱਚ ਖੂਬ ਚੱਲ ਰਹੀ ਹਾਲ ਜੀ। ਤੇ ਕਿੱਦਾਂ ਇਹਨਾਂ ਨੂੰ ਕੋਈ ਫਾਇਦਾ ਹੋਊਗਾ, ਮਿੰਟੂ ਸਾਹਿਬ ਨੂੰ ਵੀ ਇਹਦੇ ਬਾਰੇ? ਤੁਸੀਂ ਆ ਗੱਲ ਕੀਤੀ ਹੈ, ਤੁਸੀਂ ਮੈਨੂੰ ਸ਼ਾਬਾਸ਼ੀ ਦਿੱਤੀ ਆ, ਮੈਨੂੰ ਫਾਇਦਾ ਹੀ ਆ। ਬਹੁਤ ਬਹੁਤ ਮੁਬਾਰਕਾਂ। ਮੇਰੇ ਮਨ ਨੂੰ ਸਕੂਨ ਮਿਲਦਾ, ਮੇਰੇ ਲਈ ਸਭ ਤੋਂ ਵੱਡਾ ਇਹ ਫਾਇਦਾ। ਬਾਕੀ ਰੋਜੀ ਰੋਟੀ ਵੀ ਦੇਖੋ
ਇਹ ਵਸੀਲੇ ਬਣਦੇ ਰਹਿੰਦੇ ਆ, ਉਹ ਕੰਮ ਕਰਾਂਗੇ ਗਾਂ ਜ਼ਿੰਦਗੀ 'ਚ ਪਤਾ ਨਹੀਂ ਕਿੰਨੇ ਵਸੀਲੇ ਬਣਨਗੇ। ਪਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਆਹ ਚੀਜ਼ ਤੁਸੀਂ ਕਹੀ ਕਿ ਵਧੀਆ ਲੱਗੀ ਆ, ਹਾਲਾਂਕਿ ਕਈ ਲੋਕ ਨੁਕਤਾਚੀਨੀ ਵੀ ਕਰਦੇ, ਉਹ ਵੀ ਸਿਰ ਮੱਤੇ ਆ, ਪਰ ਜਦੋਂ ਕੋਈ ਵਧੀਆ ਵਾਲਾ ਕਹਿੰਦਾ ਉਦੋਂ ਵਾਕਈ ਵਧੀਆ ਜਿਹਾ ਮਹਿਸੂਸ ਹੁੰਦਾ। ਬਸ ਇਹੀ ਸਕੂਨ ਆ। ਨਹੀਂ ਬਿਲਕੁਲ, ਵਾਕਈ ਆਈ ਥਿੰਕ ਜਿਹੜੀ ਇਸ ਸਾਲ ਦੀ ਜਿਹੜੀ ਦੂਜੀ ਸਭ ਤੋਂ ਵੱਡੀ ਜਿਹੜੀ ਮੂਵੀ ਆ ਉਹ ਪੰਜਾਬ ਦੇ ਵਿੱਚ ਜਿਹੜੀ ਆ ਉਹ ਹੋ ਨਿਬੜੀ ਆ, ਡਾਕੂਆਂ ਦਾ ਮੁੰਡਾ। ਗੁਰਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀ ਭਾਜੀ ਮਿੰਟੂ ਹੋਣਾ ਨੂੰ ਵੀ ਜਿਹੜੇ SSP ਸ਼ਿਵ ਕੁਮਾਰ ਦੇ ਖਿਲਾਫ ਕਾਰਵਾਈ ਹੋ ਰਹੀ ਆ ਤੇ ਉਹਦੇ ਵਿੱਚ ਇਹ ਕਹਿ ਰਹੇ ਸੀ ਕੁਝ ਹੋਰ ਅਫਸਰ ਵੀ ਇਨਵੋਲਵ ਹੋ, ਕਿਹੜੇ ਤੇ ਉਹਨਾਂ ਤੇ ਕੀ ਕਾਰਵਾਈ ਹੋ ਰਹੀ ਹੈ ਜੀ? ਦੇਖੋ SSP ਸ਼ਿਵ ਕੁਮਾਰ ਦਾ ਮਸਲਾ ਹੈ ਨਾ ਜਿਹੜਾ ਉਦੋਂ ਆਪਾਂ ਵਿਸਤਾਰ ਦੇ ਨਾਲ ਵਿਚਾਰਿਆ ਸੀਗਾ ਕਿ 20 ਰੁਪਏ ਦੀ ਰਿਸ਼ਵਤ ਤੋਂ ਸ਼ੁਰੂ ਹੋਇਆ ਸੀਗਾ। ਇਹਨਾਂ ਨੇ ਇੱਕ ਪਟਵਾਰੀ ਅੜੁੰਗ ਦਿੱਤਾ, ਪਟਵਾਰੀ ਇਸ ਕਰਕੇ ਅੜੁੰਗ ਦਿੱਤਾ ਕਿਉਂਕਿ ਉਹਨੇ ਵਿਚਾਰੇ ਨੇ 20 ਰੁਪਏ ਫਰਦ ਦੇਣਾ ਤੋਂ ਮੰਗ ਲਏ ਇਹਨਾਂ ਦੇ ਬੰਦੇ ਤੋਂ। ਤਾਂ ਉਸ ਤੋਂ ਬਾਅਦ ਉਹ ਪਟਵਾਰੀ ਤੇ ਇੱਥੋਂ ਤੱਕ ਕਹਿੰਦਾ ਕਿ ਮੇਰੇ ਨਾਲ ਬਦਫੈਲੀ ਵੀ ਕੀਤੀ ਗਈ ਹਿਰਾਸਤ ਦੇ ਵਿੱਚ, ਨੰਗਿਆ ਕਰਕੇ ਮੈਂ ਗੁਰਸਿੱਖ ਆਦਮੀ ਸੀਗਾ, ਬਹੁਤ ਜ਼ਿਆਦਾ ਜ਼ਲਾਲਤ ਦਿੱਤੀ ਗਈ ਮੈਨੂੰ। ਉਹ ਕਿਉਂਕਿ ਜਿਹੜੀ ਸਰਕਾਰ ਸੀ ਅਕਾਲੀ ਭਾਜਪਾ ਦੀ, ਉਹਦੇ ਵਿੱਚ ਸ਼ਿਵ ਕੁਮਾਰ ਸ਼ਰਮਾ ਲਾਡਲਾ ਸੀਗਾ, ਇਹਨਾਂ ਦਾ ਲਾਡਲਾ ਸੀਗਾ। ਉਹ ਲਾਡਲਾ ਇਸ ਕਰਕੇ ਸੀਗਾ ਕਿ 2007 ਚ ਜਦੋਂ ਭਰਤਿੰਦਰ ਸਿੰਘ ਚਹਿਲ ਨੂੰ ਉਹਨੇ ਜੇਲ੍ਹ ਦੇ ਵਿੱਚ ਭਰਤੀ ਕਰਵਾਇਆ ਸੀਗਾ ਤਾਂ ਉਸ ਸਮੇਂ ਬੱਲੇ ਬੱਲੇ ਹੋਏ ਸੀ ਸ਼ਿਵ ਕੁਮਾਰ ਸ਼ਰਮਾ ਦੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਉਸ ਪਰਚੇ ਦੇ ਵਿੱਚ ਸ਼ਾਮਲ ਸੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਸ SSP ਨੇ ਪਰਚੇ ਏਡੇ ਤਗੜੇ ਕੱਟੇ ਆ, ਉਹਨੂੰ ਉਸ ਸਰਕਾਰ ਦੇ ਵਿੱਚ ਹੱਥ ਕਿੰਨੇ ਪਾਉਣਾ ਸੀਗਾ। ਜਦੋਂ ਸਰਕਾਰ ਬਦਲੀ ਅਗਰ ਤੁਹਾਨੂੰ ਪਤਾ ਸਰਕਾਰ ਦੇ ਨਾਲ ਤਕਦੀਰਾਂ ਵੀ ਬਦਲ ਜਾਂਦੀਆਂ ਕੁਛ ਲੋਕਾਂ ਦੀਆਂ। ਤਾਂ SSP ਸ਼ਿਵ ਕੁਮਾਰ ਸ਼ਰਮਾ ਇੱਕ ਤੇ ਉਹ ਰਿਟਾਇਰ ਹੋ ਗਿਆ ਸੀ ਜਦ ਤੱਕ, ਤਾਂ ਉਦੋਂ ਤੱਕ ਫਿਰ ਸਰਕਾਰ ਨੇ ਇਹਦੇ ਖਿਲਾਫ ਕਾਰਵਾਈ ਦਾ ਮਨ ਬਣਾ ਲਿਆ। ਤਾਂ ਜਦੋਂ ਮਨ ਬਣਾ ਲਿਆ ਇਹਦੇ ਜਾਂਚ ਪੜਤਾਲ ਲਈ ਦੇ ਦਿੱਤੀ ਜ਼ਿੰਮੇਵਾਰੀ ਮੇਰੇ ਖਿਆਲ ਦੇ ਨਾਲ IG ਫਿਰੋਜ਼ਪੁਰ ਹੁੰਦੇ ਸੀਗੇ ਗੁਰਿੰਦਰ ਸਿੰਘ ਢਿੱਲੋਂ, ਜਿਹੜੇ ਕਿ ਬਦਲ ਦਿੱਤੇ ਆ। ਤਾਂ ਗੁਰਿੰਦਰ ਸਿੰਘ ਢਿੱਲੋਂ ਜੀ ਜਦੋਂ ਜਾਂਚ ਪੜਤਾਲ ਕਰਦੇ ਪਏ ਸੀ, ਇਸੇ ਦਰਮਿਆਨ ਇਹ ਇੱਕ ਐਪੀਸੋਡ ਵਾਪਰ ਗਿਆ ਕਿ ਦਲਾਲ ਫੜ ਲਿਆ ਗਿਆ। ਉਹ ਦਲਾਲ ਜਿਹਦੇ ਬਾਰੇ ਸ਼ਿਵ ਕੁਮਾਰ ਸ਼ਰਮਾ ਨੇ ਕਲੇਮ ਕੀਤਾ ਕਿ ਇਹ ਬੰਦਾ ਅਸਲ ਦੇ ਵਿੱਚ IG ਦਾ ਬੰਦਾ ਦਲਾਲ ਆ, ਕਿਉਂਕਿ SIT ਦੇ ਮੁਖੀ ਨੇ ਕਿਹਾ ਸੀਗਾ ਕਿ ਤੈਨੂੰ ਕਲੀਨ ਚਿੱਟ ਦੇ ਦਿਆਂਗੇ, ਤੂੰ 1 ਕਰੋੜ ਰੁਪਏ ਦਾ ਬੰਦੋਬਸਤ ਕਰ ਦੇ, ਤੇ ਫਿਰ ਸਾਡਾ ਜਿਹੜਾ ਸੌਦਾ ਉਹ ਮੁਕਰਰ ਹੋਇਆ 22 ਕਰੋੜ ਦੇ ਵਿੱਚ। ਤਾਂ ਫਿਰ CBI ਨੇ ਰੇਡ ਮਾਰੀ ਸੀ ਕਿ IG ਦੇ ਘਰ। ਹੁਣ CBI ਸੱਦਦੀ ਹੈ ਕਿ ਆਣ ਮਿਲੋ ਸੱਜਣਾ, IG ਸਾਹਿਬ ਜਾ ਨਹੀਂ ਰਹੇ। ਹੁਣ ਦੋਵੇਂ ਖਿਡਾਰੀ ਹੰਡੇ ਹੋਏ ਆ। ਉਹ ਵੀ ਬਹੁਤ ਵਿਵਾਦਾਂ 'ਚ ਰਿਹਾ, IG ਢਿੱਲੋਂ ਵੀ ਬਹੁਤ ਵਿਵਾਦਾਂ ਦੇ ਵਿੱਚ ਰਿਹਾ। ਉਹਦੇ ਵੀ ਬਹੁਤ ਸਾਰੇ ਤੁਹਾਨੂੰ ਮਾਮਲੇ ਆ ਜਿਹੜੇ ਮਿਲ ਜਾਣਗੇ, ਕਿਤੇ ਵਿਸਤਾਰ ਦੇ ਨਾਲ ਮੈਂ ਦੱਸ ਵੀ ਦਊਂਗਾ ਜਦੋਂ ਖੁੱਲਾ ਸਮਾਂ ਹੋਇਆ। ਤੇ ਦੂਸਰੇ ਪਾਸੇ ਸ਼ਿਵ ਕੁਮਾਰ ਸ਼ਰਮਾ ਜਿਹੜਾ ਉਹ ਵੀ ਤੇ ਇੱਕ ਤਰ੍ਹਾਂ ਨਾਲ ਹੰਡਿਆ ਵਪਾਰੀ, ਪੰਜਾਬੀ 'ਚ ਕਹਿੰਦੇ ਛਿੱਲਿਆ ਵੇਰ। ਤਾਂ ਦੋਵੇਂ ਇੱਕੋ ਜਿਹੇ ਆ, ਸੱਚਾ ਕੌਣ ਹੈ ਝੂਠਾ ਕੌਣ ਕੋਈ ਪਤਾ ਨਹੀਂ ਲੱਗਦਾ, ਦੋਨਾਂ ਦੀਆਂ ਕਹਾਣੀਆਂ ਵਾਧੂ ਆ। ਜੀ 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 ਅਗਲੇ ਕਾਲਰ ਜੁੜੇ ਨੇ ਆਪਣੇ ਨਾਲ, ਰਾਜ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਮੈਂ ਇੱਕ ਸਵਾਲ ਤੁਹਾਡਾ ਹੈ ਜਿਹੜਾ ਬਗਰਾੜੀ ਮੋਰਚਾ ਜੀ, ਉੱਥੇ ਜਿਹੜੇ ਲੋਕ ਬੈਠੇ ਆ, ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਆ, ਜਿਵੇਂ ਪੰਜਾਬ ਨਾਲ ਜੁੜੇ ਹੋਏ ਆ, ਉਹਦੀ ਹਮਾਇਤ ਦੇ ਵਿੱਚ ਆਮ ਲੋਕ ਨਹੀਂ ਆ ਰਹੇ। ਜਿਸ ਤਰ੍ਹਾਂ ਅੱਗੇ ਜਿਵੇਂ ਉਹ ਸਰਬੱਤ ਖਾਲਸਾ ਦੇ ਵਿੱਚ ਆਪ ਮੁਹਾਰੇ ਲੋਕ ਆਏ ਸੀਗੇ, ਉਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਉਸ ਮੋਰਚੇ ਨੂੰ ਹਮਾਇਤ ਮਿਲ ਰਹੀ ਹੈ ਜਾਂ ਤਾਂ ਡੇਰਿਆਂ ਵੱਲੋਂ ਔਰ ਜਾਂ ਕਾਂਗਰਸ ਵੱਲੋਂ ਮਿਲ ਰਹੀ ਹੈ। ਇਹ ਮੈਂ ਆਪਦੇ ਐਕਸਪੀਰੀਅੰਸ ਨਾਲ ਕਹਿ ਰਿਹਾ ਕਿ ਕਾਂਗਰਸ ਉਸ ਮੋਰਚੇ ਦੀ ਹਮਾਇਤ ਕਰ ਰਹੀ ਹੈ। ਤੇ ਇੱਕ ਗੱਲ ਤੁਸੀਂ ਦੱਸ ਹੀ ਗਏ ਆ ਵੀ SGPC ਜੀ ਚੋਣਾਂ ਵਿੱਚ ਇਹੀ ਧਿਰ ਸਾਹਮਣੇ ਆਊ ਕਿ ਇਹ ਧਿਰ ਕਦੇ ਸਿੱਖਾਂ ਦੀ ਨੁਮਾਇੰਦਗੀ ਕਰ ਸਕੂ, ਜਾਂ ਕਿਉਂਕਿ ਆਮ ਪਬਲਿਕ ਇਹਨਾਂ ਤੇ ਇਤਬਾਰ ਨਹੀਂ ਕਰਦੀ, ਕਿਉਂਕਿ ਇਹ ਉਸੇ ਤਰ੍ਹਾਂ ਦੇ ਲੀਡਰ ਆ ਜਿਹੜੀ ਰਵਾਇਤੀ ਲੀਡਰਸ਼ਿਪ ਪਹਿਲਾਂ ਸਿੱਖਾਂ ਦੀ ਹੈਗੀ ਆ। ਤੇ ਤਾਂ ਕਰਕੇ ਲੋਕ ਇਹਦੇ ਨਾਲ ਜੁੜ ਨਹੀਂ ਰਹੇ ਇਸ ਮੋਰਚੇ ਨਾਲ, ਔਰ ਇਹ ਕੋਈ ਮਾਰਕਾ ਮਾਰ ਸਕਣਗੇ। ਇੱਕ ਤਾਂ ਇਹਦੇ ਬਾਰੇ ਦੱਸਿਓ, ਤੇ ਦੂਜਾ ਮੇਰਾ ਆਮ ਆਦਮੀ ਪਾਰਟੀ ਬਾਰੇ ਇਹ ਸਵਾਲ ਹੈ ਜੀ ਕਿ ਜਿੰਨੀਆਂ ਗਲਤੀਆਂ ਆਮ ਆਦਮੀ ਪਾਰਟੀ ਨੇ ਕੀਤੀਆਂ ਦਿੱਲੀ ਦੀ ਲੀਡਰਸ਼ਿਪ ਤੋਂ ਲੈ ਕੇ ਸਾਡੇ ਪੰਜਾਬ ਵਾਲਿਆਂ ਤੱਕ, ਤੇ ਉਹ ਗਲਤੀਆਂ ਤੋਂ ਸਬਕ ਸਿੱਖਣ ਦੀ ਬਜਾਏ ਇਹਨਾਂ ਨੇ ਬਲਦੀ ਦੇ ਉੱਤੇ ਤੇਲ ਪਾਈ ਗਏ, ਗਲਤੀ ਦੇ ਉੱਤੇ ਗਲਤੀ ਕਰੀ ਗਏ। ਕਿ ਅੱਜ ਜਿਹਨੇ ਵੀ ਤੀਜਾ ਧਿਰ, ਕਿਉਂਕਿ ਆਮ ਆਦਮੀ ਪਾਰਟੀ ਦਾ ਤੀਜਾ ਬਦਲ ਨਹੀਂ ਹੁਣ ਬਣ ਸਕਦੀ ਪੰਜਾਬ ਵਿੱਚ, ਤੇ ਜਿਹੜਾ ਵੀ ਇਹਦੇ ਨਾਲ ਜੁੜਿਆ ਰਿਹਾ ਕਿ ਉਹ ਤੀਜਾ ਬਦਲ ਬਣ ਜੂਗਾ ਜਾਂ ਇਹ ਤੋਂ ਅਲੱਗ ਹੋ ਕੇ ਤੀਜਾ ਬਦਲ ਬਣਨ ਦੇ ਚਾਂਸ ਜ਼ਿਆਦਾ ਹੈ ਜੀ। ਥੈਂਕ ਯੂ ਜੀ। ਦੇਖੋ ਜਿਹੜਾ ਤੁਸੀਂ ਮਸਲਾ ਕਿਹਾ ਨਾ ਬਰਗਾੜੀ ਵਾਲਾ, ਮੈਂ ਤੁਹਾਨੂੰ ਅੱਗੇ ਸੰਕੇਤਕ ਤੌਰ ਤੇ ਉਹ ਚੀਜ਼ ਦੱਸ ਵੀ ਚੁੱਕਾ। ਪਰ ਇਹ ਨਹੀਂ ਹੈ ਕਿ ਉੱਥੇ ਸਾਰੇ ਬੰਦੇ ਜਿੱਦਾਂ ਤੁਸੀਂ ਕਿਹਾ ਕਿ ਕਾਂਗਰਸ ਦੇ ਭੇਜੇ ਬੰਦੇ ਆ ਜਾਂ ਖਾਸ ਡੇਰਿਆਂ ਦੇ ਬੰਦੇ ਆ। ਨਹੀਂ, ਭਾਵਨਾਤਮਕ ਤੌਰ ਤੇ ਸਿੱਖੀ ਨੂੰ ਪਰਨਾਏ ਲੋਕ ਵੀ ਉੱਥੇ ਜਾਂਦੇ ਆ। ਪਰ ਮੈਂ ਜਾਤੀ ਤੌਰ ਤੇ ਉਹਨਾਂ ਲੋਕਾਂ ਨੂੰ ਜਾਣਦਾ ਜਿਹੜੇ
ਉਸ ਮੋਰਚੇ ਦੇ ਵਿੱਚ ਨਿਰੰਤਰ ਆਪਣੀ ਜਿਹੜੀ ਹੈ ਉਹ ਭਾਗੀਦਾਰੀ ਰੱਖਦੇ ਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਡੇਰਿਆਂ ਚ ਆਏ ਲੋਕ ਹੈ ਜਾਂ ਸਾਰੇ ਕਾਂਗਰਸ ਪੱਕੀ ਹੈ, ਨਹੀਂ, ਕੁਝ ਭਾਵਨਾਤਮਕ ਲੋਕ ਵੀ ਆ ਜਿਹੜੇ ਜੁੜਾਵ ਰੱਖਦੇ ਇਹੋ ਜਿਹੇ ਮੋਰਚਿਆਂ ਦੇ ਨਾਲ ਆਉਂਦੇ ਆ ਸੰਘਰਸ਼ੀ ਲੋਕ। ਉਹਨਾਂ ਦੀ ਸੋਚ ਹਮੇਸ਼ਾ ਪਾਕ ਮੁਕੱਦਸ ਹੁੰਦੀ। ਮੈਂ ਤਾਂ ਕਹਿੰਦਾ ਆਮ ਆਦਮੀ ਪਾਰਟੀ ਵਾਲੇ ਆ, ਚਾਹੇ ਤੁਸੀਂ NRI ਆ ਚਾਹੇ ਇੱਥੋਂ ਦੇ ਆ, ਜਿਹੜੇ ਜੁੜੇ ਆ, ਮੈਂ ਤਾਂ ਕਹਿੰਦਾ ਕਿ ਸੱਚੇ ਸੁੱਚੇ ਲੋਕ ਆ ਕਿ ਦੂਸਰਿਆਂ ਨਾਲੋਂ ਜੇ ਜ਼ਿਆਦਾ ਨੇ ਤੇ ਘੱਟ ਵੀ ਨਹੀਂ ਹੈ। ਇਹ ਪੰਜਾਬ ਪ੍ਰਸਤ ਨੇ ਅਸਲੀ। ਬੇਸ਼ੱਕ ਇਹਨਾਂ ਨੂੰ ਉਧਰੋਂ ਵੀ ਧੋਖਾ ਮਿਲਿਆ, ਫਿਰ ਉਧਰੋਂ ਵੀ ਧੋਖਾ ਮਿਲਿਆ, ਦੋਵਾਂ ਤੋਂ ਧੋਖਾ ਖਾ ਕੇ ਤੀਜੇ ਤੋਂ ਵੀ ਖਾ ਬੈਠੇ, ਪਰ ਇਹਨਾਂ ਦੀ ਜਿਹੜੀ ਪੰਜਾਬ ਪ੍ਰਸਤੀ ਉਹ ਤੇ ਪਾਕ ਮੁਕੱਦਸ ਆ ਨਾ, ਉਹ ਤੇ ਪਵਿੱਤਰ ਆ। ਇਹ ਪੰਜਾਬ ਦੇ ਭਲੇ ਲਈ ਜੂਝਦੇ, ਆਪਣਾ ਸਮਾਂ ਵੀ ਜਾਇਆ ਕਰਦੇ, ਕਈ ਵਾਰ ਕੇਸਾਂ 'ਚ ਵੀ ਉਲਝ ਜਾਂਦੇ ਆ, ਕਈ ਤਾਂ NRI ਵਿਚਾਰੇ ਜਿਹੜੇ ਰਗੜੇ ਗਏ ਇਸ ਮੂਵਮੈਂਟ ਦੇ ਵਿੱਚ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕੌਮ ਲਈ ਕੌਣ ਸੋਚਦਾ ਅੱਜ ਕੱਲ੍ਹ, ਕਿਉਂਕਿ ਗੱਲਾਂ ਸਾਰੀਆਂ ਜਿਹੜੀਆਂ ਉਹ ਸਿਆਸੀ ਤਰਜੀਹੀ ਵਾਲੀਆਂ ਹੁੰਦੀਆਂ ਨੇ। ਜੇ ਕਾਂਗਰਸ ਨੇ ਕਰਨਾ, ਮੰਨ ਲਓ ਸਪੋਰਟ ਕਰਨਾ, ਉਹ ਤੇ ਆਪਾਂ ਨੂੰ ਪਤਾ ਹੀ ਆ ਕਰੂਗੀ, ਕਿਉਂਕਿ ਉਹਨਾਂ ਨੂੰ ਇਹ ਆ ਕਿ ਇਹਨਾਂ ਦੇ ਕੋਲ ਬਚਦਾ ਬਚਾਉਂਦਾ ਇੱਕੋ ਹੀ ਪੱਤਣ ਆ, ਉਹ ਆ SGPC ਅਕਾਲੀਆਂ ਕੋਲ। ਜੇ SGPC ਜਿਹੜੀ ਆ ਉਹ ਇਹਨਾਂ ਤੋਂ ਦੂਰ ਕਰ ਦਿੱਤੀ ਜਾਂਦੀ ਆ ਤੇ ਇਹ ਸਿਆਸੀ ਨਕਸ਼ੇ ਤੋਂ ਤਕਰੀਬਨ ਜਿਹੜੇ ਆ ਉਹ ਅਸੀਂ ਪੂੰਝ ਦੇਵਾਂਗੇ। ਦਿਮਾਗ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹੜੀ, ਉਹਦੀ ਤੇ ਆਪਣੀ ਹੋਂਦ ਜਿਹੜੀ ਉਹ ਪੂੰਝੀ ਪਈ ਆ। ਫਿਰ ਉਹ ਤੁਹਾਨੂੰ ਪਤਾ ਹੀ ਆ ਕਿ ਉਹ ਜਿੱਦਾਂ ਸੁਨੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫੜੇ, ਸਾਰਾ ਕੁਛ ਹੈ ਜਿਹੜਾ ਠੀਕ ਠਾਕ ਆ, ਪਰ ਇੱਥੇ ਗੱਲ ਕੌਮ ਦੀ ਕਰਦਾ ਕੌਣ ਪਿਆ, ਗੱਲ ਕੌਮ ਦੀ ਸੋਚਦਾ ਕੌਣ ਪਿਆ, ਇਹ ਸਭ ਤੋਂ ਵੱਡੀ ਗੱਲ ਆ। ਨਾ ਉਧਰ ਗੱਲ ਤੇ ਜਿਹੜੀ ਆ ਉਹ ਸਾਰੀ ਸਿਆਸਤ ਤੇ ਆ ਕੇ ਸਿਮਟ ਜਾਂਦੀ ਆ। ਹੁਣ ਆਮ ਆਦਮੀ ਪਾਰਟੀ ਦੀ ਗੱਲ ਤੇ ਆਪਾਂ ਤਕਰੀਬਨ ਕਰ ਹੀ ਲਈ ਆ ਕਿ ਗਲਤੀਆਂ ਜਿਹੜੀਆਂ ਉਹ ਠੀਕ ਆ ਹੋਈਆਂ, ਪਰ ਇਹੋ ਜਿਹੀ ਚੀਜ਼ ਜਿਹੜੀ ਇਸ ਤਰ੍ਹਾਂ ਪੁੱਠੀ ਪੈਂਦੀ ਆ, ਇਹਦੇ ਵਿੱਚ ਇਹ ਹੁੰਦਾ ਕਿ ਵਾਕਿਆ ਜਿੱਦਾਂ ਤੁਸੀਂ ਗੱਲ ਕਹੀ, ਮੈਂ ਤੁਹਾਡੀ ਇਸ ਦੂਰਦ੍ਰਿਸ਼ਟੀ ਕਰੂੰਗਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਜਿਹੜੀ ਚੜ ਕੇ ਮੁੜ ਕੇ ਡਿੱਗਦੀ ਔਰ ਬਹੁਤ ਬੁਰੀ ਤਰ੍ਹਾਂ ਲੋਕਾਂ ਦੇ ਵਿਸ਼ਵਾਸ ਨੂੰ ਜਿਹੜੀ ਆ ਉਹ ਵਿੰਨ ਜਾਂਦੀ ਆ, ਤਾਂ ਉਹਦਾ ਨੁਕਸਾਨ ਦੂਸਰੀਆਂ ਮੂਵਮੈਂਟਾਂ ਨੂੰ ਹੁੰਦਾ। ਸੋ ਲਿਹਾਜ਼ਾ ਮੈਂ ਤੁਹਾਡੀ ਇਸ ਰਾਏ ਨਾਲ ਮੁਤਫਿਕ ਹਾਂ ਕਿ ਛੇਤੀ ਕੀਤਿਆਂ ਹੁਣ ਤੀਜੇ ਫਰੰਟ ਦਾ ਇੱਥੇ ਸਪੇਸ ਬਣਨਾ ਨਹੀਂ, ਬਹੁਤ ਘੋਲ ਦੇ ਨਾਲ ਬਣਾਉਣਾ ਪਊ। ਜੀ ਅਗਲੇ ਕਾਲਰ ਨੇ ਬਲਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਤੇ ਥੈਂਕ ਯੂ ਤੁਹਾਡਾ ਜੀ, ਤੁਸੀਂ ਆਪ ਜੀ ਪ੍ਰੋਗਰਾਮ ਬਹੁਤ ਵਧੀਆ ਕਰਦੇ ਆ ਜੀ, ਤੇ ਤੁਹਾਡੀਆਂ ਇੰਟਰਵਿਊਆਂ ਵੀ ਉੱਤੇ ਆਪਾਂ YouTube ਤੇ ਦੇਖੀ ਦੀਆਂ ਜੀ, ਬਹੁਤ ਵਧੀਆ। ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ। ਧੰਨਵਾਦ ਜੀ, ਧੰਨਵਾਦ। ਹਾਂਜੀ ਭਾਜੀ, ਮੇਰਾ ਇੱਕੋ ਹੀ ਵੀਰ ਜੀ ਇੱਕ ਬੇਨਤੀ ਆ, ਤੇ ਜਿਹੜਾ ਸੁਖਪਾਲ ਸਿੰਘ ਖਹਿਰਾ ਦੇ ਮੁਕਾਬਲੇ ਦੇ ਆਪਣੇ ਪੰਜਾਬ ਦੇ ਵਿੱਚ ਇਸ ਟਾਈਮ ਅਕਾਲੀਆਂ 'ਚ ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਬਰਾਬਰ ਦੇ ਹੈਗੇ ਜੀ। ਮੈਂ ਇਹ ਪੁੱਛਣਾ ਚਾਹੁੰਦਾ, ਉਹਦੇ ਜਿਸ ਹਿਸਾਬ ਨਾਲ ਉਹ ਪੰਜਾਬ ਦੇ ਮਸਲੇ ਪਬਲਿਕ ਦੇ ਵਿੱਚ ਚੱਕਦਾ ਆ, ਲੋਕਾਂ ਦੇ ਨਾਲ ਖੜਦਾ ਆ, ਬੋਲ ਚਾਲ ਉਹਦਾ ਕਿੱਦਾਂ ਆ, ਕਿ ਕਹਿਣ ਤੱਥਾਂ ਦੇ ਆਧਾਰ ਤੇ ਗੱਲ ਕਰਦਾ, ਕਿ ਇਹ ਦੋਨੋਂ ਜਾਣੇ ਕਰ ਸਕਦੇ ਆ ਜੀ ਉਹਦਾ ਮੁਕਾਬਲਾ ਹੈ? ਥੈਂਕ ਯੂ ਜੀ। ਦੇਖੋ, ਮੁਕਾਬਲਾ ਜਿਹੜਾ, ਮੈਂ ਤੇ ਨਹੀਂ ਕਹੂੰਗਾ ਕਿ ਫਲਾਣਾ ਮੁਕਾਬਲੇ ਦੇ ਵਿੱਚ ਜੇਤੂ ਆ, ਫਲਾਣਾ ਘੱਟ ਆ, ਫਲਾਣਾ ਵੱਧ ਆ, ਪਰ ਬੋਲਣ ਚਾਲਣ ਦੇ ਮਾਮਲੇ 'ਚ ਸੁਖਪਾਲ ਖਹਿਰਾ ਜਿਹੜਾ ਉਹ ਠੀਕ ਆ ਕਿ ਕੁਛ ਮਾਮਲਿਆਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਤਥਾਤਮਕ ਗੱਲਾਂ ਕਰਦਾ, ਬੜੀ ਸੂਝ-ਬੂਝ ਵਾਲੀਆਂ ਗੱਲਾਂ ਕਰਦਾ, ਪਰ ਗੱਲਾਂ ਕਰਦਾ ਕਈ ਵਾਰ ਇਹੋ ਜਿਹੀਆਂ ਗੱਲਾਂ ਵੀ ਕਰ ਜਾਂਦਾ ਜਿਹੜਾ ਖੁਦ ਨੂੰ ਸੈਲਫ ਗੋਲ ਵੀ ਕਰ ਜਾਂਦਾ। ਉਹ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਗਾਲ ਵੀ ਕੱਢ ਜਾਂਦਾ, ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਇੱਕ ਬੀਬੀ ਨੂੰ ਵੀ ਬੋਲ ਜਾਂਦਾ ਬੰਦਾ ਚੰਗਾ, ਮੁੜ ਕੇ ਉਸ ਚੀਜ਼ ਦਾ ਤੁਹਾਨੂੰ ਪਤਾ ਖਲਾਰਾ ਵੀ ਪੈਂਦਾ। ਸੋ ਗੁਣ ਤੇ ਹੈਗੇ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋਰਾ ਨਹੀਂ, ਪਰ ਗੁਣ ਕਿਹੜੇ ਬੰਦੇ 'ਚ ਨਹੀਂ ਹੁੰਦੇ। ਹਰੇਕ ਬੰਦੇ 'ਚ, ਮਾੜੇ ਬੰਦੇ 'ਚ ਵੀ ਕੋਈ ਗੁਣ ਚੰਗਾ ਹੋਊਗਾ, ਚੰਗੇ ਹੁੰਦੇ। ਗੱਲ ਤੇ ਇਹੋ ਹੀ ਆ ਕਿ ਕੋਈ ਬੰਦਾ ਜਿਹੜਾ ਆਪਣੇ ਗੁਣਾਂ ਨੂੰ ਕਿਹੋ ਜਿਹਾ ਇਸਤੇਮਾਲ ਕਰਦਾ। ਤਾਂ ਸੁਖਪਾਲ ਖਹਿਰੇ ਦੇ ਵੀ ਮਾਮਲੇ ਦੇ ਵਿੱਚ ਜਿਹੜੇ ਬੰਦੇ ਸਿਆਸੀ ਹੁੰਦੇ ਆ, ਜਿਸ ਤਰੀਕੇ ਦੇ ਉਹਨਾਂ ਨੂੰ ਸਵਾਲ ਹੁੰਦੇ ਆ, ਕੀਤੇ ਜਾ ਸਕਦੇ ਉਹਨਾਂ ਨੂੰ। ਕੁਛ ਲੋਕ ਤੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇਕੱਲਾ ਜਗਮੀਤ ਬਰਾੜ ਥੋੜੀ ਆ, ਕਈ ਜਗਮੀਤ ਬਰਾੜ ਤੁਰੇ ਫਿਰਦੇ ਤੇ ਉਹਨਾਂ ਦੇ ਵਿੱਚੋਂ ਸੁਖਪਾਲ ਖਹਿਰਾ ਵੀ ਇੱਕ ਆ। ਪਰ ਇਹ ਠੀਕ ਆ ਕਿ ਸੁਖਪਾਲ ਖਹਿਰਾ ਦੀਆਂ ਕੁਛ ਵਿਲੱਖਣਤਾਵਾਂ ਹੈਗੀਆਂ ਨੇ, ਪਰ ਕੁਝ ਮਾਮਲਿਆਂ ਦੇ ਵਿੱਚ ਉਹਦੇ 'ਚ ਔਗਣ ਵੀ ਹੈ, ਜਿਵੇਂ ਕਿ ਆਮ ਸਿਆਸੀ ਬੰਦਿਆਂ 'ਚ ਹੁੰਦੇ ਆ। ਪਰ ਜਿਹੜੀ ਤੁਸੀਂ ਤੁਲਨਾ ਕਰਦੇ ਹੋ ਤੁਲਨਾਤਮਕ ਤੌਰ ਤੇ ਕਿਹੜਾ ਅੱਗੇ ਆ ਕਿਹੜਾ ਪਿੱਛੇ, ਮਾਫ ਕਰਨਾ, ਤੁਸੀਂ ਕਰੋ, ਮੇਰਾ ਕੰਮ ਨਹੀਂ ਹੈ। ਮੈਂ ਕਿਸੇ ਨੂੰ ਕਿਸੇ ਤੋਂ ਗਾਂਹ ਜਾਂ ਕਿਸੇ ਤੋਂ ਪਿਛਾਂਹ ਨਹੀਂ ਰੱਖ ਸਕਦਾ, ਮੇਰੇ ਲਈ ਸਾਰੇ ਇੱਕੋ ਆ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦੀਸ਼ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਬੀਬੀਆਂ ਵੈਸੇ ਤਾਂ ਪ੍ਰਸ਼ਨ ਇਸ
ਪ੍ਰੋਗਰਾਮ ਦੇ ਵਿੱਚ ਬਹੁਤ ਘੱਟ ਪੁੱਛਦੀਆਂ ਨੇ, ਪਰ ਅੱਜ ਮੈਂ ਹਿੰਮਤ ਕਰਕੇ ਚਲੋ ਕੁਛ ਪੁੱਛਣਾ ਚਾਹੁੰਦੀ ਹਾਂ ਕਿ ਮਿੰਟੂ ਜੀ, ਮੈਂ ਗੱਲ ਕਰਦੀ ਹਾਂ ਕਿ ਜੋ ਸਿੱਖ ਧਰਮ ਦੇ ਵਿੱਚ ਜੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਜਾਂ ਹੋਰ ਵੀ ਸਿੱਖਾਂ ਦੇ ਨਾਲ ਜੋ ਵੀ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਦੁਰਵਿਵਹਾਰ ਹੁੰਦਾ ਆ, ਤੇ ਸਾਨੂੰ ਪਤਾ ਆ ਕਿ ਇਸ ਸਭ ਕਾਸੇ ਦੇ ਲਈ ਜ਼ਿੰਮੇਵਾਰ ਜਿਹੜੇ ਲੋਕ ਨੇ ਉਹ ਹੈਗੇ ਆ ਜਿਹੜੀਆਂ ਸਾਡੀਆਂ ਧਾਰਮਿਕ ਉੱਚ ਸੰਸਥਾਵਾਂ ਦੇ ਉੱਪਰ, ਤਖਤਾਂ ਦੇ ਉੱਪਰ ਬੈਠੇ ਨੇ, ਉਹ ਆਪਣੇ ਨਿੱਜੀ ਹਿੱਤਾਂ ਲਈ, ਰਾਜਨੀਤਿਕ ਹਿੱਤਾਂ ਦੇ ਲਈ ਧਰਮ ਨੂੰ ਵਰਤ ਰਹੇ ਨੇ। ਜੇ ਦੋ ਸ਼ਬਦਾਂ ਵਿੱਚ ਕਹਾਂ ਤਾਂ ਬਾੜ ਹੀ ਖੇਤ ਨੂੰ ਖਾਣ ਲੱਗੀ ਆ, ਤਾਂ ਖੇਤ ਦਾ ਰਖਵਾਲਾ ਕੌਣ ਹੈ? ਤੇ ਵਾਰ ਨੂੰ ਹੁਣ ਬਦਲਣ ਤੋਂ ਬਿਨਾਂ ਮੈਨੂੰ ਕੋਈ ਹੱਲ ਨਜ਼ਰ ਨਹੀਂ ਆਉਂਦਾ, ਪਰ ਤੁਸੀਂ ਕੁਛ ਸੇਧ ਦੇ ਸਕਦੇ ਹੋ ਕਿ ਜਿਹੜਾ ਆਮ ਸਿੱਖ ਆ ਉਹ ਕੀ ਕਰ ਸਕਦਾ ਆ, ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਿੱਖ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਹਾਲੇ ਵੀ ਕੌਮ ਦਾ ਦਰਦ ਆ, ਧਰਮ ਦਾ ਦਰਦ ਆ, ਉਹ ਕੀ ਯੋਗਦਾਨ ਪਾ ਸਕਦੇ ਨੇ ਕਿ ਸਾਰੇ ਢਾਂਚੇ ਨੂੰ ਬਦਲਿਆ ਜਾ ਸਕੇ ਤੇ ਕੋਈ ਨਾ ਕੋਈ ਸਿੱਖਾਂ ਨੂੰ ਇਨਸਾਫ ਮਿਲ ਸਕੇ, ਸਾਡਾ ਧਰਮ ਮੁੜ ਕੇ ਪਹਿਲੀਆਂ ਲੀਹਾਂ ਦੇ ਉੱਪਰ ਆ ਜਾਵੇ ਤੇ ਸਾਡੀ ਕੌਮ ਜਿਹੜੀ ਆ ਉਹ ਚੜ੍ਹਦੀਆਂ ਕਲਾਂ ਵੱਲ ਜਾਵੇ। ਤੇ ਦੂਸਰੀ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਕੀ ਕੋਈ ਆਸ ਹੈ ਕਿ ਜੇ ਜਸਟਿਸ ਰਣਜੀਤ ਸਿੰਘ ਜਿਹੜਾ ਕਮਿਸ਼ਨ ਆ ਉਹਦੇ ਵਿੱਚ ਜਿਹੜੇ ਦੋਸ਼ੀਆਂ ਦੇ ਨਾਂ ਜਿਹੜੇ ਆ ਉਹ ਸਾਹਮਣੇ ਆਏ ਨੇ ਕਿ ਉਹਨਾਂ ਨੂੰ ਕਟਹਿਰੇ ਦੇ ਵਿੱਚ ਕਦੀ ਖੜਿਆ ਕੀਤਾ ਜਾ ਸਕੂਗਾ, ਕਿ ਇਨਸਾਫ ਦੀ ਜਿਹੜੀ ਆਸ ਆ ਉਹ ਰੱਖੀ ਜਾ ਸਕਦੀ ਆ? ਇਹ ਮੇਰੇ ਦੋ ਸਵਾਲ ਨੇ ਜੀ। ਥੈਂਕ ਯੂ। ਪਹਿਲਾਂ ਤੇ ਸਵਾਲ ਮੇਰਾ ਤੁਹਾਨੂੰ ਕਿ ਤੁਸੀਂ ਬੀਬੀਆਂ ਜਿਹੜੀਆਂ ਉਹ ਕਿਉਂ ਨਹੀਂ ਪਾਰਟਿਸਿਪੇਟ ਕਰਦੀਆਂ ਡਿਬੇਟ ਦੇ ਵਿੱਚ? ਤੁਸੀਂ ਐਡੇ ਡੂੰਘੇ ਸਵਾਲ ਰੱਖਦੇ ਹੋ, ਤੁਹਾਡੇ ਸਵਾਲਾਂ ਦਾ ਸ਼ਾਇਦ ਮੈਂ ਤੇ ਜਵਾਬ ਦੇ ਹੀ ਨਹੀਂ ਸਕਦਾ, ਮੇਰੀ ਤੇ ਇੰਨੀ ਬੁੱਧੀ ਨਹੀਂ ਹੈਗੀ, ਕਿਉਂਕਿ ਮੈਨੂੰ ਨਾ ਬਹੁਤਾ ਸਿੱਖ ਕੌਮ ਦੇ ਰਹੁ ਰੀਤਾਂ ਬਾਰੇ ਪਤਾ, ਨਾ ਬਹੁਤਾ ਜ਼ਿਆਦਾ ਇਤਿਹਾਸ ਮੈਂ ਪੜ੍ਹਿਆ ਵਾ। ਤੇ ਜਿਸ ਤਰੀਕੇ ਦੀ ਤੀਖਣ ਬੁੱਧੀ ਤੁਸੀਂ ਰੱਖਦੇ ਹੋ ਤਾਂ ਮੈਂ ਸਮਝਦਾ ਕਿ ਤੁਸੀਂ ਪਾਰਟਿਸਿਪੇਟ ਕਰਿਆ ਕਰੋ, ਸਾਡੇ ਵਰਗੇ ਸ਼ਾਇਦ ਤੁਹਾਡੇ ਤੋਂ ਸਿੱਖਣ। ਬੀਬੀਆਂ, ਮੈਂ ਕਹਿੰਦਾ ਹੁੰਦਾ ਕਿ ਜਦ ਤੱਕ ਬੀਬੀਆਂ, ਚਾਹੇ ਰਾਜਨੀਤੀ ਹੈ ਚਾਹੇ ਡਰੱਗ ਦੇ ਖਿਲਾਫ ਲੜਾਈ ਹੈ, ਜਦੋਂ ਤੱਕ ਬੀਬੀਆਂ ਮੂਹਰੇ ਨਹੀਂ ਆਉਣਗੀਆਂ ਕੱਖ ਨਹੀਂ ਬਦਲੇਗਾ। ਤਾਂ ਮੇਰੇ ਖਿਆਲ ਦੇ ਨਾਲ ਬੀਬੀਆਂ ਨੂੰ ਵੀ ਇਸ ਮਾਮਲੇ ਦੇ ਵਿੱਚ ਆਪਣਾ ਰੋਲ ਅਦਾ ਕਰਨਾ ਚਾਹੀਦਾ, ਕਿਉਂਕਿ ਸਭ ਤੋਂ ਜ਼ਰੂਰੀ ਚੀਜ਼ ਇਹ ਆ ਕਿ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ। ਮੈਂ ਤਾਂ ਇਹ ਚੀਜ਼ ਸਮਝਦਾ ਕਿ ਚੰਗਾ ਬੁਰਾ ਪਰਖਣਾ ਜਿਹੜਾ ਉਹ ਲੋਕਾਂ ਨੂੰ ਆ ਜਾਵੇ। ਜਦੋਂ ਤੱਕ ਉਹਨਾਂ ਨੂੰ ਇਹ ਨਹੀਂ ਪਤਾ, ਉਹ ਪੱਗਾਂ ਦੇ ਰੰਗਾਂ 'ਚ ਹੀ ਉਲਝੇ ਰਹਿਣਗੇ ਤੇ ਫਿਰ ਕੌਮ ਦੇ ਜਿਹੜੇ ਰੰਗ ਭਾਗੇ ਉਹ ਇਹੋ ਜਿਹੇ ਹੋਣ। ਤਾਂ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਆ, ਬੇਸਿਕ ਚੀਜ਼ ਅੱਜ ਦੀ ਲੋੜ ਹੈ ਜਿਹੜੀ, ਕਿ ਇੱਕ ਚੰਗਾ ਨਾਗਰਿਕ, ਨਰੋਇਆ ਨਾਗਰਿਕ ਹੈ ਜਿਹੜਾ ਉਹ ਸਮਾਜ ਦੇ ਵਿੱਚ ਪੈਦਾ ਕੀਤਾ ਜਾਵੇ, ਕੌਮ ਦੇ ਵਿੱਚ ਪੈਦਾ ਕੀਤਾ ਜਾਵੇ, ਜੋ ਤੀਖਣ ਬੁੱਧੀ ਦੇ ਨਾਲ ਪਛਾਣੇ ਕਿ ਆਹ ਚੰਗਾ ਬੰਦਾ ਮਾੜਾ ਹੈ। ਤਾਂ ਜਦੋਂ ਚੰਗੇ ਮਾੜੇ ਦੀ ਫਰਕ ਹੋਗੀ, ਮੇਰੇ ਖਿਆਲ ਦੇ ਨਾਲ ਸਭੇ ਚੀਜ਼ਾਂ ਜਿਹੜੀਆਂ ਉਹ ਠੀਕ ਹੋ ਜਾਣ। ਜੀ ਅਗਲੇ ਕਾਲਰ ਨੇ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ ਬੰਦ ਨਾ ਕਰੋ ਜੀ, ਮੈਂ ਸੁਣਨਾ ਸੀ। ਹਾਂਜੀ, ਪਹਿਲਾਂ ਸਵਾਲ ਤਾਂ ਪੁੱਛ ਲਓ। ਹਾਂਜੀ ਸੌਰੀ ਸਰ, ਉਹ ਮੈਂ ਜੀ ਸਵਾਲ ਪੁੱਛਣਾ ਸੀ, ਜਿੱਦਾਂ ਸਾਰੇ ਕਹੀ ਜਾਂਦੇ ਆ ਤੀਸਰਾ, ਮਤਲਬ ਇੰਡੀਆ ਵਾਲੇ ਵੀ ਕਹਿੰਦੇ, ਆਪਣੇ ਬੰਦੇ ਵੀ ਕਹਿੰਦੇ ਵੀ ਤੀਸਰਾ ਬਦਲਾਵ ਨਹੀਂ ਆਇਆ, ਪਰ ਇਹ ਕੋਈ ਬਦਲਾਅ ਲਿਆਓ ਤਾਂ ਸਹੀ, ਫੇਰ ਹੀ ਕੋਈ ਇਹਦਾ ਕੁਐਸਚਨ ਕਰਨ ਦਾ ਫਾਇਦਾ ਕਿ ਐਵੇਂ ਕਹੀ ਜਾਣਾ ਤੀਸਰਾ ਬਦਲ ਨਹੀਂ ਆਇਆ, ਤੀਸਰਾ ਬਦਲ ਨਹੀਂ ਆਉਣਾ ਚਾਹੀਦਾ। ਸੋ ਐਨੀਵੇ, ਦੂਜਾ ਜਿਹੜਾ ਸਵਾਲ ਖਹਿਰੇ ਦੀ ਆ, ਖਹਿਰਾ ਬੰਦਾ ਏਦਾਂ ਦਾ ਜੀ ਜਿੱਦਾਂ ਬਾਦਲ ਨੂੰ ਕਹਿੰਦਾ ਪਜਾਮਾ ਲਾਓ ਤਾਂ ਖਾਕੀ ਖੱਸਾ ਨਿਕਲੂਗਾ, ਇਹ ਜਿਹੜਾ ਹੈਗਾ ਆ ਖਹਿਰਾ, ਇਹਦਾ ਵੀ ਤੁਸੀਂ ਪਜਾਮਾ ਲਾਓ, ਤੁਹਾਨੂੰ ਉਹਦਾ ਮਜੀਠੀਏ ਦਾ ਕੱਛਾ ਡੱਬੂਗਾ ਇਹਦੇ ਥੱਲੇ ਪਾਇਆ। ਓਕੇ ਜੀ, ਥੈਂਕ ਯੂ ਜੀ। ਦੇਖੋ ਏਦਾਂ ਦੀਆਂ ਗੱਲਾਂ ਕਾਹਤੋਂ ਕਰਨੀਆਂ, ਕੱਛਾ ਤੱਕ ਕਾਹਤੋਂ ਜਾਣਾ? ਅਸੀਂ ਇਹੋ ਗੱਲਾਂ ਜਿਹੜੀਆਂ ਕੁਛ ਮਿਆਰ ਰੱਖ ਕੇ ਕਰ ਸਕਦੇ ਹਾਂ। ਕਿ ਮੈਂ ਜਿੱਦਾਂ ਕਿਹਾ ਕਿ ਕੁਛ ਲੋਕ ਤੁਲਨਾ ਕਰਦੇ ਆ ਕਿ ਇਹ ਵੀ ਜਗਮੀਤ ਬਰਾੜ ਵਾਲੀ ਕੈਟਾਗਰੀ ਦਾ ਹੀ ਆ। ਇਹ ਠੀਕ ਹੈ ਕਿ ਆਪਣਾ ਸਿਆਸੀ ਦੇਖਣਾ ਕਿ ਕਿਸ ਤਰੀਕੇ ਦੇ ਨਾਲ ਸਿਆਸੀ ਮਫਾਦ ਜਾਂ ਸਿਆਸੀ ਲਾਭਾਤ ਜਿਹੜੇ ਆ ਹਾਸਲ ਕੀਤੇ ਜਾ ਸਕਦੇ ਆ। ਠੀਕ ਹੈ, ਆਲੋਚਨਾ ਮੈਂ ਵੀ ਕੀਤੀ ਆ, ਪਰ ਮੈਨੂੰ ਨਹੀਂ ਲੱਗਦਾ ਕਿ ਇੱਥੋਂ ਤੱਕ ਇਸ ਮਿਆਰ ਤੱਕ ਪਹੁੰਚ ਕੇ ਕਰੀਏ ਆਪਾਂ, ਕਿਉਂਕਿ ਆਪਣੇ ਕੋਲ ਕੋਈ ਤੱਥ ਨਹੀਂ। ਆਪਾਂ ਸਿਰਫ ਇੱਕ ਆਪਣੀ ਵਿਚਾਰਕ ਗੱਲ ਰੱਖਦੇ ਪਏ, ਜੋ ਸਾਡਾ ਆਪਣਾ ਵਿਚਾਰ ਆ, ਵਿਊ ਆ, ਜਿਹੜਾ ਸਾਡਾ ਜਾਤੀ ਵਿਊ ਆ, ਤਾਂ ਉਹ ਘੱਟੋ ਘੱਟ ਮਿਆਰੀ ਤੇ ਹੋਣਾ ਚਾਹੀਦਾ। ਮੈਂ ਬੇਨਤੀ ਕਰੂੰਗਾ ਤੁਹਾਨੂੰ, ਮੈਂ ਸਮਝਾ ਨਹੀਂ ਰਿਹਾ, ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਆਲੋਚਨਾ ਕਰਨੀ, ਆਲੋਚਨਾ ਦਾ ਵੀ ਇੱਕ ਮਿਆਰ ਰੱਖੀਏ ਤਾਂ ਕਿ ਆਲੋਚਨਾ ਜਿਹੜੀ ਆ ਉਹ ਸਹੀ ਕੀਤੀ ਰਵੇ। ਲੋਕ ਇਹ ਨਾ ਕਹਿਣ ਕਿ ਇਹ ਨਫ਼ਰਤ ਕੱਢ ਕੇ ਗਿਆ, ਆਲੋਚਨਾ ਨਹੀਂ ਕਰਦੀ ਗਿਆ। ਜੀ ਬਿਲਕੁਲ। ਬਾਕੀ ਦੇਖੋ ਕਿਹਦਾ ਮਿਆਰ, ਕਿਹਦਾ ਕੱਦ ਉੱਚਾ, ਕਿਹਦਾ ਘੱਟ ਆ, ਇਹ ਤਾਂ ਲੋਕਾਂ ਨੇ ਵੋਟਾਂ ਪਾ ਕੇ ਜਿਹੜਾ ਬਾਅਦ ਦੇ ਵਿੱਚ ਦੱਸਣਾ ਹੁੰਦਾ। ਬਾਕੀ ਜਿਹੜੀ ਗੱਲ ਤੁਸੀਂ ਕਹੀ ਸੀ ਵੀ ਪਰਖ ਜਿਹੜੀ ਆ ਉਹ ਹੋ ਜਾਵੇ, ਵੀ ਕੌਣ ਚੰਗਾ ਕੌਣ ਮਾੜਾ, ਗੱਲਾਂ ਸਾਰੀਆਂ ਸਾਰੇ ਦੀਆਂ ਜਿਹੜੀਆਂ ਕਿਤੇ ਨਾ ਕਿਤੇ ਯਾਦ ਰੱਖਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਕੰਮ ਤਾਂ ਬੜਾ ਔਖਾ ਆ,
ਪਰ ਉਸੇ ਚੀਜ਼ ਦਾ ਹੀ ਫਿਰ ਉਹ ਲਾਹਾ ਜਿਹੜਾ ਖੱਟਦੇ ਨੇ ਪੋਲੀਟੀਸ਼ੀਅਨ, ਪੁਰਾਣੀਆਂ ਗੱਲਾਂ ਜਿਹੜੀਆਂ ਭੁੱਲ ਜਾਂਦੀਆਂ, ਨਵੀਆਂ ਜਿਹੜੀਆਂ ਯਾਦ ਰਖਾ ਛੱਡਦੇ ਨੇ। ਸੋ ਜਿਹੜੇ ਆਪਣੇ ਜਿਹੜੀ ਇੱਕ ਹਿਸਾਬ ਦੇ ਨਾਲ ਆਪਾਂ ਕਹਿੰਦੇ ਹਾਂ ਵੀ ਡਾਇਲੋਗ ਆ ਉਹ ਜਿਹੜਾ ਵਧੀਆ ਹੋਣਾ ਚਾਹੀਦਾ। ਤੁਹਾਡੇ ਵਿਚਾਰਕ ਮਤਭੇਦ ਵੀ ਹੋਣ, ਇਹ ਨਾ ਕਹੋ ਵੀ ਬਸ ਫਿਰ ਤੇਰਾ ਮੈਂ ਸਿਰ ਹੀ ਪਾੜ ਦੇਣਾ ਤੇ ਜੇ ਆ ਵੀ ਕਰ ਦੇਣਾ ਉਹ ਕਰ ਦੇਣਾ। ਇੱਕ ਦੂਜੇ ਨਾਲ ਗੱਲਬਾਤ ਕਰਕੇ ਜਿਹੜੇ ਮਸਲੇ ਆ ਉਹ ਸੁਲਝਾਉਣ ਵਾਲੇ ਪਾਸੇ ਨੂੰ ਆਪਾਂ ਨੂੰ ਵਧਣਾ ਚਾਹੀਦਾ ਆ। ਹੋਪਫੁਲੀ ਜਿਹੜਾ ਕੁਛ ਜਿਹੜੇ ਚੰਗੀ ਠੰਡੀ ਹਵਾ ਦੇ ਬੁੱਲੇ ਜਿਹੜੇ ਉੱਧਰੋਂ ਆਉਣ, ਇਹੀ ਆਪਾਂ ਅਰਦਾਸਾਂ ਕਰਦੇ ਰਹਿੰਦੇ ਹਾਂ। ਅਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਰਤਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno 1470 AM KIID